परम सत्कारयोग तख्त चौबीस छत्र के मालक जुगो जुग अटल सरबरे कायनात वालिए कुल आलम सूची मुक्ता दे सांझे रहबर सतगुरु धन धन साहिब श्री गुरु ग्रंथ साहिब महाराज सच्चे पातशाह जी के पवित्र चरणों का ध्यान करो। दोवें हाथ जोड़ के सुरती करके सतनाम नमस्कार करते हुए गुर फतेह की सांझ पाओ। गज के आखो जी वाहिगुरू जी का खालसा वाहिगुरू जी की फतेह। संतन की महिमा कवन बखानो अगाध बोध किस मित नहीं जाना। महाराज साहब सच्चे पातशाह गुरबाणी विच कहंदे ने वाहिगुरू तेरे प्यारियां दी महिमा तेरे प्यारियां दी वडियाई नूं असीं कितना क कथन करिए। जिस तरह परमात्मा वाहिगुरू अकाल पुरख दी वडियाई अगाध बोध है, इसे तरह महाराज दे प्यारियां दी भी वडियाई जिहड़ी है वो अगाध बोध है। सो ऐसे संत जी महाराज संत बाबा ज्वाला सिंह जी जिन्हां दी महिमा जिन्हां दी वडियाई उन्हां दी लड़ीवार जीवन कथा आप जी सरवण करते आ रहे हो। सो आओ अज भी आपां नूं महाराज ने कृपा करके समा बख्शिश कीता है। भागां वालियां रूहां लाहा लैंदियां हन। सो आप जी ने कल महापुरखां दे जीवन दे विच महापुरखां दे बहुत अनन्य श्रद्धालु महापुरखां दी संगत दे विचों लाहा प्राप्त करन वाले नाम दी रंगत जिन्हां ते बाखूबी चढ़ी ऐसे महापुरख सत्कारयोग बीबी अमर कौर जी जिन्हां दे संबंध दे विच आप जी ने कल भी वचन सरवण कीते। आम तौर ते पिछां खिचू जिहड़े विचार हुंदे ने संसार दे समाज दे ਉਹ ਇਹ ਗੱਲ ਕਹਿੰਦੇ ਨੇ ਵੀ ਬੀਬੀਆਂ ਜਿਹੜੀਆਂ ਨੇ ਉਹ ਬੰਦਿਆਂ ਦੇ ਬਰਾਬਰ ਕੋਈ ਕੰਮ ਨਹੀਂ ਕਰ ਸਕਦੀਆਂ। ਪਰ ਅੱਜ ਜਦੋਂ ਸਤਿਪੁਰਸ਼ਾਂ ਦੇ ਆਪਾਂ ਜੀਵਨ ਦੀ ਵਿਚਾਰ ਕਰ ਰਹੇ ਹਾਂ ਤਾਂ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਬਾਕੀ ਖੇਤਰਾਂ ਦੇ ਵਿੱਚ ਤਾਂ ਬੀਬੀਆਂ ਨੇ ਤਰੱਕੀ ਕੀਤੀ ਹੈ ਤੇ ਇਸ ਪਾਸੇ ਭਗਤੀ ਦੇ ਖੇਤਰ ਦੇ ਵਿੱਚ ਵੀ ਕਿਤਨੀ ਮਿਹਨਤ ਕਰਨ ਵਾਲੀਆਂ ਸਤਿਕਾਰਯੋਗ ਬੀਬੀਆਂ ਹੋਈਆਂ ਨੇ। ਗੁਰੂ ਸਾਹਿਬਾਂ ਦੇ ਜੀਵਨ ਦੇ ਵਿੱਚ ਵੀ ਸਾਧ ਸੰਗਤ ਐਸੀਆਂ ਸਤਿਕਾਰਯੋਗ ਮਾਤਾਵਾਂ ਸਨ, ਭੈਣਾਂ ਸਨ, ਜਿਨ੍ਹਾਂ ਨੇ ਬਹੁਤ ਮਹਾਰਾਜ ਦੇ ਬਚਨਾਂ ਦੀ ਕਮਾਈ ਕੀਤੀ। ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਬਾਹਰਲੇ ਪਾਸੇ ਬਾਜ਼ਾਰ ਹੈ, ਉਸ ਨੂੰ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਬਾਜ਼ਾਰ ਮਾਈ ਸੇਵਾ। ਉਹ ਮਾਈ ਸੇਵਾ ਜਿਹੜੀ ਸੀ ਉਹ ਕਾਬਲ ਦੀ ਮਾਈ ਸੀ, ਕਾਬਲ ਤੋਂ ਆਇਆ ਕਰਦੀ ਸੀ। ਜਦੋਂ ਹਰਿਮੰਦਰ ਸਾਹਿਬ ਸੇਵਾ ਚੱਲ ਰਹੀ ਸੀ ਤਾਂ ਉਹ ਮਾਈ ਕਾਬਲ ਤੋਂ ਹਰ ਰੋਜ਼ ਸੇਵਾ ਕਰਨ ਆਇਆ ਕਰਦੀ ਸੀ ਤੇ ਉਹਨੇ ਸੇਵਾ ਕਰਨੀ, ਟੋਕਰੀ ਢੋਣੀ ਤੇ ਜਦੋਂ ਮਿੱਟੀ ਦੀ ਟੋਕਰੀ ਸਿੱਟ ਕੇ ਆਉਣਾ ਤੇ ਕਈ ਵਾਰੀ ਟੋਕਰੀ ਨੂੰ ਹਿਲਾਉਣਾ ਉਹਨੇ, ਜਿਸ ਤਰ੍ਹਾਂ ਝੂਲੇ ਨੂੰ ਝੂਟੇ ਦੇ ਰਹੀ ਹੋਵੇ, ਹਿਲਾਉਣਾ ਉਸਨੇ ਟੋਕਰੀ ਨੂੰ। ਤੇ ਇਸ ਤਰ੍ਹਾਂ ਨਾ ਕਿਸੇ ਨਾਲ ਕੋਈ ਗੱਲਬਾਤ ਕਰਨੀ, ਸਵੇਰੇ ਆਉਣਾ, ਨਮਸਕਾਰ ਕਰਕੇ ਸੇਵਾ ਵਿੱਚ ਲੱਗ ਜਾਣਾ, ਸੇਵਾ ਕਰਕੇ ਸ਼ਾਮਾਂ ਨੂੰ ਫੇਰ ਵਾਪਸ ਚਲੀ ਜਾਣਾ। ਪਰ ਕਿਸੇ ਨੂੰ ਸੰਗਤ ਵਿੱਚੋਂ ਪਤਾ ਨਹੀਂ ਸੀ ਵੀ ਇਹ ਬੀਬੀ ਹੈ ਕੌਣ, ਕਿੱਥੋਂ ਆਉਂਦੀ ਹੈ। ਤੇ ਉਹਦਾ ਇਹ ਕੌਤਕ ਜਦੋਂ ਉਹਨੇ ਟੋਕਰੀ ਸਿੱਟ ਕੇ ਆਉਣਾ ਤੇ ਕਈ ਵਾਰੀ ਉਹਨੇ ਟੋਕਰੀ ਨੂੰ ਆਪਣੇ ਹੱਥ ਦੇ ਨਾਲ ਜਿਸ ਤਰ੍ਹਾਂ ਝੂਟੇ ਦੇਣੇ ਏਦਾਂ ਕਰਦੀ ਸੀ। ਉਹ ਦੇਖ ਕੇ ਸੰਗਤ ਨੂੰ ਅਜੀਬ ਲੱਗਣਾ ਵੀ ਇਹ ਬੀਬੀ ਕੀ ਕਰਦੀ ਹੈ। ਇੱਕ ਦਿਨ ਹਜੂਰ ਮਹਾਰਾਜ ਨੂੰ ਸੰਗਤਾਂ ਨੇ ਬੇਨਤੀ ਕਰਕੇ ਪੁੱਛਿਆ ਵੀ ਮਹਾਰਾਜ ਇਹ ਬੀਬੀ ਜੀ ਕਿੱਥੋਂ ਆਉਂਦੇ ਨੇ, ਸਾਨੂੰ ਇਹ ਨਹੀਂ ਪਤਾ, ਕਿਹੜੇ ਇਲਾਕੇ ਦੀ ਸੰਗਤ ਨਾਲ ਆਉਂਦੇ ਨੇ ਸਾਨੂੰ ਨਹੀਂ ਪਤਾ। ਮਹਾਰਾਜ ਇਹ ਕਿਸੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਦੇ, ਸੇਵਾ 'ਚ ਹੀ ਲੱਗੇ ਰਹਿੰਦੇ ਨੇ।
ਤੇ ਇੱਕ ਇਹ ਜਿਹੜਾ ਆਹ ਕੌਤਕ ਕਰਦੇ ਨੇ, ਟੋਕਰੀ ਨੂੰ ਝੂਟੇ ਦਿੰਦੇ ਨੇ, ਇਹ ਨਹੀਂ ਸਮਝ ਲੱਗੀ। ਮਹਾਰਾਜ ਕਹਿਣ ਲੱਗੇ, ਕਹਿੰਦੇ ਬਈ ਇਸ ਗੱਲ ਤੋਂ ਪੜਦਾ ਨਾ ਚੱਕਦੇ ਤਾਂ ਚੰਗੀ ਗੱਲ ਸੀ, ਪਰ ਚਲੋ ਹੁਣ ਤੁਸੀਂ ਪੁੱਛ ਲਿਆ ਆ ਕੇ ਤੇ ਹੁਣ ਪੜਦਾ ਚੱਕਣਾ ਪੈਣਾ। ਇਹੋ ਜਿਹੀਆਂ ਖੇਡਾਂ ਗੁਪਤ ਹੀ ਰਹਿਣ ਤਾਂ ਚੰਗੀਆਂ ਨੇ। ਮਹਾਰਾਜ ਜੀਆਂ ਨੇ ਉਸ ਬੀਬਾ ਜੀ ਨੂੰ ਕੋਲ ਸੱਦਿਆ। ਉਸ ਬੀਬਾ ਜੀ ਦਾ ਨਾਮ ਮਾਈ ਸੇਵਾ ਸੀ। ਮਾਈ ਸੇਵਾ ਜੀ ਨੂੰ ਮਹਾਰਾਜ ਕਹਿਣ ਲੱਗੇ, ਬੀਬਾ ਜੀ ਕਿੱਥੋਂ ਆਉਂਦੇ ਤੁਸੀਂ ਸੇਵਾ ਕਰਨ ਵਾਸਤੇ? ਉਹਨੇ ਹੱਥ ਜੋੜ ਕੇ ਕਿਹਾ, ਗਰੀਬ ਨਵਾਜ, ਆਪ ਜੀ ਤੋਂ ਕੀ ਛੁਪਿਆ ਹੋਇਆ ਹੈ? ਮੇਰੀ ਬੇਨਤੀ ਹੈ ਮੈਨੂੰ ਗੁਪਤ ਰਹਿਣ ਦਿਓ। ਮਹਾਰਾਜ ਕਹਿੰਦੇ, ਇੱਛਾ ਤਾਂ ਸਾਡੀ ਵੀ ਇਹੀ ਸੀ ਵੀ ਤੁਹਾਨੂੰ ਗੁਪਤ ਰਹਿਣ ਦਿੱਤਾ ਜਾਂਦਾ, ਪਰ ਹੁਣ ਸੰਗਤ ਪੁੱਛਣਾ ਚਾਹੁੰਦੀ ਹੈ ਤੇ ਆਪ ਜੀ ਨੂੰ ਦੱਸਣਾ ਹੀ ਪੈਣਾ। ਤੇ ਉਹ ਬੀਬੀ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਜੀ ਮੈਂ ਕਾਬਲ ਦੀ ਰਹਿਣ ਵਾਲੀ ਹਾਂ ਤੇ ਹਰ ਰੋਜ਼ ਮੈਂ ਕਾਬਲ ਤੋਂ ਆਉਂਦੀ ਹਾਂ। ਕਾਬਲ ਕੋਈ ਨੇੜੇ ਤਾਂ ਸੀ ਨਹੀਂ, ਐਡੀ ਦੂਰੋਂ ਹਰ ਰੋਜ਼ ਆਉਣਾ ਇਹ ਕਿਸ ਤਰ੍ਹਾਂ ਸੰਭਵ ਸੀ? ਮਹਾਰਾਜ ਕਹਿੰਦੇ, ਬੀਬੀ ਜੀ ਤੁਸੀਂ ਇਹ ਬੇਟਾ ਦੱਸੋ ਵੀ ਤੁਸੀਂ ਕਿਸ ਤਰ੍ਹਾਂ ਆਉਂਦੇ ਹੋ? ਤਾਂ ਮਾਈ ਸੇਵਾ ਜੀ ਕਹਿਣ ਲੱਗੇ, ਕਹਿੰਦੇ ਹਜੂਰ ਆਪ ਜੀ ਦੀ ਕਿਰਪਾ ਦੇ ਨਾਲ, ਆਪ ਜੀ ਦੀ ਬਖਸ਼ਿਸ਼ ਦੇ ਨਾਲ ਸ਼ਬਦ ਦੀ ਸਵਾਰੀ ਕਰਕੇ ਆ ਜਾਂਦੀ ਹਾਂ। ਪਲਕ ਝਮਕਦਿਆਂ ਮੈਂ ਕਾਬਲ ਤੋਂ ਇੱਥੇ ਪਹੁੰਚ ਜਾਂਦੀ ਹਾਂ। ਪਲਕ ਝਮਕਦਿਆਂ ਹੀ ਸਤ ਕਰਤਾਰ ਕਹਿ ਕੇ ਮੈਂ ਇੱਥੋਂ ਕਾਬਲ ਪਹੁੰਚ ਜਾਂਦੀ ਹਾਂ। ਤਾਂ ਹੁਣ ਉਹ ਜਿਹੜਾ ਟੋਕਰੀ ਨੂੰ ਝੂਟੇ ਦੇਣ ਵਾਲੀ ਗੱਲ ਸੀ, ਸੰਗਤ ਆਖਦੀ ਮਹਾਰਾਜ ਇਹ ਵੀ ਹੁਣ ਕਿਰਪਾ ਕਰਕੇ ਸਾਨੂੰ ਦੱਸੋ, ਪਤਾ ਕਰੋ, ਇਹ ਪਤਾ ਲੱਗੇ ਵੀ ਇਹ ਟੋਕਰੀ ਨੂੰ ਝੂਟੇ ਦੇਣ ਦਾ ਕਾਰਨ ਕੀ ਹੈ। ਤਾਂ ਉਹ ਬੀਬਾ ਜੀ ਕਹਿਣ ਲੱਗੇ, ਹਜੂਰ ਮੇਰਾ ਬੱਚਾ ਛੋਟਾ ਜਿਹਾ ਹੈ, ਅਜੇ ਉਹ ਰਿੜਨ ਵੀ ਨਹੀਂ ਸਿੱਖਿਆ। ਉਹਨੂੰ ਆਉਂਦੀ ਹੋਈ ਮੈਂ ਪੰਘੂੜੇ ਦੇ ਵਿੱਚ ਸੜਾ ਕੇ ਆਉਂਦੀ ਹਾਂ, ਤੇ ਜਦੋਂ ਕਿਤੇ ਉਹਨੂੰ ਜਾਗ ਆਉਂਦੀ ਹੈ, ਉੱਠਦਾ ਹੈ, ਉਹ ਰੋਂਦਾ ਹੈ, ਤਾਂ ਉਹਦੀ ਆਵਾਜ਼ ਕਾਬਲ ਤੋਂ ਮੈਨੂੰ ਇੱਥੇ ਸੁਣ ਜਾਂਦੀ ਹੈ। ਤਾਂ ਮੈਂ ਉਹ ਟੋਕਰੀ ਨੂੰ ਝੂਟੇ ਨਹੀਂ ਦਿੰਦੀ, ਮੈਂ ਉਹਦੇ ਪੰਘੂੜੇ ਨੂੰ ਝੂਟੇ ਦਿੰਦੀ ਹਾਂ ਤੇ ਮੈਂ ਉਹਨੂੰ ਦੁਬਾਰਾ ਸੜਾ ਦਿੰਦੀ ਹਾਂ ਵੀ ਬੇਟਾ ਮੈਂ ਅਜੇ ਸੇਵਾ ਕਰ ਰਹੀ ਹਾਂ, ਮੈਂ ਸੇਵਾ ਕਰਕੇ ਆਵਾਂਗੀ। ਸੋ ਐਡੀ ਐਡੀ ਕਮਾਈ ਵਾਲੀਆਂ ਬੀਬੀਆਂ ਗੁਰੂ ਘਰ ਦੇ ਵਿੱਚ ਹੋਈਆਂ ਨੇ। ਤੋ ਸਾਧ ਸੰਗਤ ਜੀ, ਐਸੇ ਹੀ ਸਤਿਪੁਰਸ਼ਾਂ ਦੇ ਜੀਵਨ ਦੇ ਵਿੱਚ ਜੋ ਆਪਾਂ ਕੱਲ ਬੀਬੀ ਅਮਰ ਕੌਰ ਜੀ ਦਾ ਜਿਹੜਾ ਇਤਿਹਾਸ ਸਰਵਣ ਕੀਤਾ, ਤੋ ਹੋਰ ਵੀ ਅਨੇਕਾਂ ਹੀ ਘਟਨਾਵਾਂ ਬੀਬੀ ਅਮਰ ਕੌਰ ਜੀ ਦੀਆਂ ਮਹਾਂਪੁਰਸ਼ਾਂ ਨਾਲ ਜੁੜੀਆਂ ਹੋਈਆਂ। ਇੱਕ ਵਾਰੀ ਹੋਲੇ ਮਹੱਲੇ ਦੇ ਸਮੇਂ ਤੇ ਸ੍ਰੀ ਅਨੰਦਪੁਰ ਸਾਹਿਬ ਲੰਗਰਾਂ ਦੀ ਸੇਵਾ ਮਹਾਂਪੁਰਸ਼ ਕਰਿਆ ਕਰਦੇ ਸੀ, ਤੇ ਉੱਥੇ ਗਏ ਹੋਏ ਸੀ ਤੇ ਸਾਰੀ ਸੰਗਤ ਨਾਲ ਸੀ। ਬੀਬੀ ਅਮਰ ਕੌਰ ਜੀ ਵੀ ਨਾਲ ਗਏ ਹੋਏ ਸੀ, ਬੀਬੀ ਰਾਧੋ ਜੀ ਵੀ ਗਏ ਹੋਏ ਸੀ, ਬਾਬਾ ਈਸ਼ਰ ਸਿੰਘ ਮਹਾਰਾਜ ਜੀ ਵੀ ਗਏ ਹੋਏ ਸੀ। ਤੇ ਜਦੋਂ ਵਾਪਸੀ ਆਉਣਾ ਸੀ, ਬੜੀ ਕਠਿਨ ਸੇਵਾ ਸੀ, ਬੜੀ ਕਠਿਨ ਘਾਲਣਾ ਸੀ, ਤਤਿਕਸ਼ਾ ਬਹੁਤ ਸੀ। ਬੀਬੀ ਅਮਰ ਕੌਰ ਜੀ, ਉਹਨਾਂ ਦਾ ਨਿਯਮ ਸੀ ਵੀ ਦਿਨ ਦੇ ਵਿੱਚ ਕਈ ਵਾਰੀ ਇਸ਼ਨਾਨ ਕਰਦੇ ਸੀ। ਸਰੀਰ ਦੀ ਸੁਚਮਤਾ ਦਾ ਬਹੁਤ ਪਹਿਰਾ ਤਕੜਾ ਸੀ ਉਹਨਾਂ ਦਾ। ਵੈਸੇ ਵੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨੇ ਮਰਜ਼ਾਦਾ ਹੀ ਬਣਾਈ ਹੋਈ ਸੀ ਵੀ ਜਿਹਨੇ ਲੰਗਰ ਦੇ ਵਿੱਚ ਲੰਗਰ ਪਕਾਉਣ ਦੀ ਸੇਵਾ ਕਰਨੀ ਹੈ, ਉਹ ਜਦੋਂ ਵੀ ਲੰਗਰ ਦੀ ਸੇਵਾ ਕਰੇ ਸਕੇਸੀ ਇਸ਼ਨਾਨ ਕਰਕੇ ਆ ਕੇ ਸੇਵਾ ਕਰੇ। ਜੇ ਉਹਨੇ ਜਾਣਾ ਹੈ ਜੰਗਲ ਮੈਦਾਨ ਜਾਣਾ ਹੈ, ਸਰੀਰਕ ਕਿਰਿਆ ਕਰਨੀ ਹੈ, ਉਸ ਤੋਂ ਬਾਅਦ ਉਨਾ ਚਿਰ ਲੰਗਰ ਦੀ ਸੇਵਾ ਵਿੱਚ ਨਾ ਆਵੇ ਜਿੰਨਾ ਚਿਰ ਉਹ ਦੁਬਾਰਾ ਇਸ਼ਨਾਨ ਨਹੀਂ ਕਰ ਲੈਂਦਾ। ਬਹੁਤ ਜ਼ਿਆਦਾ ਸੁਚਮਤਾ ਮਹਾਂਪੁਰਖ ਰੱਖਿਆ ਕਰਦੇ ਸੀ। ਤੇ ਬੀਬੀ ਅਮਰ ਕੌਰ ਜੀ ਇਸ ਤਰੀਕੇ ਨਾਲ ਕਠਿਨ ਘਾਲਣਾ ਘਾਲ ਰਹੇ ਸੀ। ਤੇ ਜਦੋਂ ਵਾਪਸੀ ਦਾ ਸਮਾਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਤੋਂ, ਤੇ ਬੀਬੀ ਅਮਰ ਕੌਰ ਜੀ ਨੂੰ ਬੜਾ ਭਾਰੀ ਤੇਜ਼ ਬੁਖਾਰ ਹੋਇਆ ਸੀ। ਤੇ ਪਰ ਮਹਾਂਪੁਰਖਾਂ ਦੇ ਹੁਕਮ ਦੇ ਵਿੱਚ ਰਹਿੰਦਿਆਂ ਆਪਣਾ ਨੇਮ ਨਿਭਾ ਰਹੇ ਸੀ ਬੀਬੀ ਜੀ। ਤੇ ਜਦੋਂ ਵਾਪਸੀ ਉਧਰੋਂ ਹੋਈ ਤੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਇੱਕ ਬਾਬਾ ਈਸ਼ਰ ਸਿੰਘ ਜੀ ਅਤੇ ਬੀਬੀ ਰਾਧੋ ਜੀ ਤੋਂ ਬਿਨਾਂ ਗੱਡੇ ਉੱਤੇ ਕੋਈ ਨਹੀਂ ਬੈਠੂਗਾ, ਬਾਕੀ ਸਾਰੇ ਪੈਦਲ ਵਾਪਸ ਚੱਲਣਗੇ। ਸੰਤ ਮਹਾਰਾਜ ਆਪ ਵੀ ਪੈਦਲ, ਬਾਕੀ ਸੰਗਤ ਵੀ ਪੈਦਲ। ਤੇ ਹੁਣ ਬੀਬੀ ਅਮਰ ਕੌਰ ਜੀ ਨੂੰ ਤਾਂ ਅੱਤ ਦਾ ਬੁਖਾਰ ਚੜਿਆ ਹੋਇਆ ਸੀ,
ਪਰ ਹੁਣ ਮਹਾਂਪੁਰਖਾਂ ਦਾ ਹੁਕਮ ਸੀ ਵੀ ਪੈਦਲ ਜਾਣਾ ਵਾਪਸ, ਕਿਸੇ ਨੇ ਗੱਡੇ ਤੇ ਨਹੀਂ ਬੈਠਣਾ। ਮਹਾਂਪੁਰਸ਼ਾਂ ਦਾ ਹੁਕਮ ਕਮਾ ਰਹੇ ਸੀ ਬੀਬੀ ਅਮਰ ਕੌਰ ਜੀ। ਤੋ ਵਿੱਚੋਂ ਸੰਗਤ ਨੇ ਬੇਨਤੀ ਵੀ ਕੀਤੀ ਵੀ ਮਹਾਰਾਜ ਕਿਰਪਾ ਕਰੋ, ਬੀਬੀ ਅਮਰ ਕੌਰ ਨੂੰ ਬਹੁਤ ਤੇਜ਼ ਬੁਖਾਰ ਹੈ, ਜੇ ਹੁਕਮ ਹੋਵੇ ਤਾਂ ਉਹਨੂੰ ਗੱਡੇ ਤੇ ਬਿਠਾਲ ਦਈਏ। ਤਾਂ ਮਹਾਂਪੁਰਖਾਂ ਨੇ ਤਾੜਨਾ ਕੀਤੀ ਵੀ ਤੁਹਾਨੂੰ ਜ਼ਿਆਦਾ ਫਿਕਰ ਹੈ, ਸਾਨੂੰ ਨਹੀਂ ਪਤਾ। ਜੇ ਸੁਖ ਆਰਾਮ ਦੀ ਜ਼ਿਆਦਾ ਇੱਛਾ ਹੈ ਤਾਂ ਆਪਣੇ ਘਰਾਂ ਵਿੱਚ ਬੈਠੋ ਫਿਰ ਜਾ ਕੇ ਭਾਈ, ਫਿਰ ਸਾਡੇ ਕੋਲ ਆਉਣ ਦੀ ਕੀ ਲੋੜ ਹੈ। ਸੋ ਇਸ ਤਰ੍ਹਾਂ ਨਾਲ ਮਹਾਂਪੁਰਸ਼ਾਂ ਨੇ ਸਖਤ ਤੋਂ ਸਖਤ ਕਸਵੱਟੀ ਲਾਈ। ਤੋ ਏਦਾਂ ਜਦੋਂ ਮਹਾਂਪੁਰਖ ਆਪਣੇ ਪਿਆਰਿਆਂ ਤੇ ਕਸਵੱਟੀ ਲਾਉਂਦੇ ਤਾਂ ਕਈ ਦੇਖਣ ਵਾਲੇ ਤੇ ਕੱਚੇ ਜੀਵਨ ਵਾਲੇ, ਕੱਚੇ ਸ਼ਰਧਾ ਵਾਲੇ, ਕੱਚੇ ਮਨ ਵਾਲੇ ਛੱਡ ਕੇ ਭੱਜ ਜਾਂਦੇ। ਕਹਿੰਦੇ ਇੰਨੀ ਕਸਵੱਟੀ ਜੇ ਸਾਡੇ ਤੇ ਲੱਗ ਗਈ ਅਸੀਂ ਤਾਂ ਝੱਲ ਨਹੀਂ ਸਕਾਂਗੇ, ਅਸੀਂ ਕਿਵੇਂ ਨਿਭਾਵਾਂਗੇ ਮਹਾਂਪੁਰਖਾਂ ਦੇ ਨਾਲ। ਸੋ ਇਸ ਤਰ੍ਹਾਂ ਮਹਾਂਪੁਰਖ ਬਹੁਤ ਪਿਆਰ ਵੀ ਬਖਸ਼ਿਆ ਕਰਦੇ ਤੇ ਕਸਵੱਟੀ ਵੀ ਪੂਰੀ ਲਾਉਂਦੇ। ਤੋ ਇਸ ਤਰ੍ਹਾਂ ਨਾਲ ਬੀਬੀ ਜੀ, ਬੀਬੀ ਅਮਰ ਕੌਰ, ਉਹਨਾਂ ਦੇ ਨਾਲ ਇੱਕ ਬੀਬੀ ਤੇਜ ਕੌਰ ਜੋ ਕਿ ਰਿਸ਼ਤੇ ਦੇ ਵਿੱਚੋਂ ਬੀਬੀ ਜੀ ਦੀ ਭਤੀਜੀ ਲੱਗਦੀ ਸੀ, ਹੋਰ 2-4 ਬੀਬੀਆਂ ਨੂੰ ਨਾਲ ਲੈ ਕੇ ਤੇ ਸਮੇਂ ਅਨੁਸਾਰ ਟਾਂਡੇ ਦੀ ਧਰਤੀ ਦੇ ਉੱਤੇ ਇੱਕ ਵਧੇ ਮੁਕਤ ਮਹਾਂਪੁਰਸ਼ ਰਿਹਾ ਕਰਦੇ ਸੀ, ਬਾਬਾ ਬੂਟੇ ਸ਼ਾਹ ਜੀ। ਉਹਨਾਂ ਦੇ ਦਰਸ਼ਨਾਂ ਨੂੰ ਚਲੇ ਗਏ ਬੀਬੀ ਅਮਰ ਕੌਰ ਜੀ, ਬੀਬੀ ਤੇਜ ਕੌਰ, ਹੋਰ ਸੰਗਤ। ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬਾਬਾ ਬੂਟੇ ਸ਼ਾਹ ਜੀ ਦੇ ਕੋਲ ਬਹੁਤ ਆਉਂਦੇ ਜਾਂਦੇ ਸੀ, ਪਿਆਰ ਸੀ ਉਹਨਾਂ ਦੇ ਨਾਲ, ਪ੍ਰੇਮ ਸੀ। ਤੇ ਬਾਬਾ ਬੂਟੇ ਸ਼ਾਹ ਜੀ ਬਹੁਤ ਬਰਕਤੀ ਹਾਲਤ ਵਿੱਚ ਰਹਿੰਦੇ ਸੀ, ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ ਤੇ ਕਿਸੇ ਨਾਲ ਬਹੁਤਾ ਨੇੜ ਨਹੀਂ ਸੀ ਰੱਖਦੇ। ਜਿਹੜਾ ਕੋਲ ਆ ਜਾਂਦਾ ਸੀ ਗਾਲਾਂ ਵੀ ਕੱਢਦੇ ਸੀ, ਇੱਟਾਂ ਵੱਟੇ ਵੀ ਮਾਰਦੇ ਸੀ, ਭਜਾ ਦਿੰਦੇ ਸੀ। ਤੇ ਪਰ ਹੁਣ ਇਹ ਸੰਗਤ ਜਿਸ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਗਈ ਬਾਬਾ ਬੂਟੇ ਸ਼ਾਹ ਜੀ ਦੇ, ਤਾਂ ਰਸਤੇ ਦੇ ਵਿੱਚੋਂ ਇਹਨਾਂ ਨੇ ਖਰਬੂਜੇ ਖਰੀਦ ਲਏ ਤੇ ਖਰਬੂਜੇ ਮਹਾਂਪੁਰਸ਼ਾਂ ਦੇ ਵਾਸਤੇ ਪ੍ਰਸ਼ਾਦ ਲੈ ਗਏ। ਤਾਂ ਹੁਣ ਇਹਨਾਂ ਦੇ ਵਿੱਚ ਜੋ ਬੀਬੀ ਤੇਜ ਕੌਰ ਸੀ, ਜਦੋਂ ਇਹਨਾਂ ਸਾਰੀਆਂ ਬੀਬੀਆਂ ਨੇ ਜਾ ਕੇ ਨਮਸਕਾਰ ਕੀਤੀ ਤਾਂ ਬਾਬਾ ਬੂਟੇ ਸ਼ਾਹ ਜੀ ਦੇ ਅੱਗੇ ਇਹ ਖਰਬੂਜੇ ਰੱਖੇ ਜਾ ਕੇ, ਤਾਂ ਮਹਾਂਪੁਰਸ਼ਾਂ ਨੇ ਉਹਨਾਂ ਖਰਬੂਜਿਆਂ ਵਿੱਚੋਂ ਇੱਕ ਖਰਬੂਜਾ ਚੱਕਿਆ ਤੇ ਬੀਬੀ ਤੇਜ ਕੌਰ ਦੀ ਝੋਲੀ ਵਿੱਚ ਪਾ ਦਿੱਤਾ। ਕਹਿੰਦੇ ਲੈ ਜਾ, ਤੈਨੂੰ ਪੁੱਤ ਦੇਤਾ, ਜਾ ਤੈਨੂੰ ਪੁੱਤ ਬਖਸ਼ ਦਿੱਤਾ। ਹੁਣ ਮਹਾਂਪੁਰਖਾਂ ਦੀ ਇਸ ਖੇਡ ਨੂੰ ਮਹਾਂਪੁਰਖ ਹੀ ਜਾਣਦੇ। ਕੋਈ ਬਚਨ ਵੀ ਨਹੀਂ ਕੀਤਾ, ਕੁਛ ਮੰਗਿਆ ਵੀ ਨਹੀਂ, ਅਰਦਾਸ ਵੀ ਨਹੀਂ ਕੀਤੀ, ਆਉਂਦਿਆਂ ਹੀ ਮਹਾਂਪੁਰਖਾਂ ਨੇ ਝੋਲੀ ਵਿੱਚ ਪੁੱਤਰ ਦੀ ਦਾਤ ਪਾ ਦਿੱਤੀ। ਹੁਣ ਉਹਨਾਂ ਦੀ ਖੇਡ ਨੂੰ ਉਹੀ ਜਾਣਦੇ। ਤਾਂ ਹੁਣ ਇਹ ਸਾਰਾ ਹੀ ਜਥਾ ਬੀਬੀਆਂ ਦਾ, ਸੰਗਤ ਦਾ ਸੰਤਗੜ੍ਹ ਡੇਰੇ ਆ ਗਏ। ਤਾਂ ਆ ਕੇ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਨਮਸਕਾਰ ਕੀਤੀ ਤੇ ਬੀਬੀ ਅਮਰ ਕੌਰ ਜੀ ਨੇ ਇਹ ਗੱਲ ਦੱਸੀ ਵੀ ਬਾਬਾ ਬੂਟੇ ਸ਼ਾਹ ਜੀ ਨੇ ਏਦਾਂ ਬਚਨ ਕੀਤਾ ਹੈ। ਤਾਂ ਸੰਤ ਮਹਾਰਾਜ ਚੁੱਪ ਕਰ ਗਏ ਸੁਣ ਕੇ। ਸੋ ਉਸ ਵੇਲੇ ਇਹ ਬੀਬੀਆਂ ਬਾਬਾ ਈਸ਼ਰ ਸਿੰਘ ਜੀ ਉਹਨਾਂ ਨੂੰ ਵੀ ਨਮਸਕਾਰ ਕੀਤੀ। ਤਾਂ ਬਾਬਾ ਈਸ਼ਰ ਸਿੰਘ ਜੀ ਨੇ ਬੀਬੀ ਤੇਜ ਕੌਰ ਵੱਲ ਦੇਖਿਆ ਤੇ ਕਹਿਣ ਲੱਗੇ ਆ ਗਈ ਮੁੰਡੇ ਦਾ ਵਰ ਲੈ ਕੇ। ਹੁਣ ਉਹਨਾਂ ਨਾਲ ਬਚਨ ਤਾਂ ਕੋਈ ਨਹੀਂ ਸੀ ਕੀਤਾ ਬਾਬਾ ਈਸ਼ਰ ਸਿੰਘ ਮਹਾਰਾਜ ਨਾਲ, ਪਰ ਉਹਨੇ ਸਹਿਜ ਸੁਭਾਅ ਉਸੇ ਵੇਲੇ ਬਚਨ ਕਰਤਾ ਵੀ ਆ ਗਈ ਮੁੰਡੇ ਦਾ ਵਰ ਲੈ ਕੇ। ਤਾਂ ਉਸ ਵੇਲੇ ਬੀਬੀ ਤੇਜ ਕੌਰ ਨੀਵੀਂ ਪਾ ਕੇ ਖੜੇ ਆ ਤੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਬਾਬਾ ਜਵਾਲਾ ਸਿੰਘ ਜੀ ਵੱਲ ਨੂੰ ਦੇਖ ਕੇ ਉੱਚੀ ਆਵਾਜ਼ ਵਿੱਚ, ਭਾਊ ਕੁੜੀ ਹੋਏਗੀ, ਕੁੜੀ ਹੋਏਗੀ। ਤਾਂ ਹੁਣ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਖਿੜ ਕੇ ਹੱਸ ਪਏ, ਕਹਿਣ ਲੱਗੇ ਵੀ ਦੇਖੀਏ ਦੋਨੋਂ ਹੀ ਮਹਾਂਪੁਰਖ ਪੂਰੇ ਆ, ਦੋਨਾਂ ਦੀ ਕਮਾਈ ਬਹੁਤ ਆ ਤੇ ਹੁਣ ਪਰਮੇਸ਼ਰ ਨੇ ਕਿਹਦੀ ਗੱਲ ਮੰਨਣੀ ਕਿਹਦੀ ਛੱਡਣੀ ਇਹ ਪਰਮੇਸ਼ਰ ਹੀ ਜਾਣੇ। ਤੇ ਜਦੋਂ ਸਮਾਂ ਬਣਿਆ ਇਸ ਬੀਬੀ ਤੇਜ ਕੌਰ ਦੇ ਘਰ ਜੋੜੇ ਬੱਚੇ ਹੋਏ, ਇੱਕ ਲੜਕਾ ਹੋਇਆ ਤੇ ਇੱਕ ਲੜਕੀ ਹੋਈ। ਤਾਂ ਬੀਬੀ ਅਮਰ ਕੌਰ ਜੀ ਨੇ ਡੇਰੇ ਆ ਕੇ ਸੰਤ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ, ਦੱਸਿਆ ਵੀ ਮਹਾਰਾਜ ਬੀਬੀ ਤੇਜ ਕੌਰ ਦੇ ਜੋੜੇ ਬੱਚੇ ਹੋਏ ਆ, ਇੱਕ ਲੜਕਾ ਇੱਕ ਲੜਕੀ। ਤਾਂ ਸੰਤ ਮਹਾਰਾਜ ਫੇਰ ਹੱਸੇ ਬਹੁਤ ਤੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਦੋਨਾਂ ਮਹਾਂਪੁਰਖਾਂ ਦੇ ਬਚਨ ਅਟੱਲ ਹੋ ਗਏ, ਦੋਨਾਂ ਮਹਾਂਪੁਰਖਾਂ ਦੇ ਬਚਨ ਪਰਮੇਸ਼ਰ ਨੇ ਮੰਨ ਲਏ, ਦੋਨਾਂ ਦੀ ਚੱਲ ਗਈ।
ਕਹਿੰਦੇ ਹੁਣ ਇਉਂ ਕਰੋ, ਬਾਬਾ ਬੂਟੇ ਸ਼ਾਹ ਦੇ ਬਚਨਾਂ ਨਾਲ ਲੜਕੇ ਦਾ ਜਨਮ ਹੋਇਆ, ਉਹਨਾਂ ਦਾ ਨਾਮ ਬੂਟਾ ਸਿੰਘ ਰੱਖ ਦਿਓ, ਤੇ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਬਚਨਾਂ ਨਾਲ ਬੇਟੀ ਜਨਮੀ ਹੈ ਤਾਂ ਉਹਦਾ ਨਾਮ ਈਸ਼ਰ ਕੌਰ ਰੱਖ ਦਿਓ। ਸੋ ਇਸ ਤਰ੍ਹਾਂ ਨਾਲ ਬਾਣੀ ਕਹਿੰਦੀ ਜਾਂ ਕਾ ਕਹਿਆ ਦਰਗਹਿ ਚੱਲੇ। ਸੋ ਇਹ ਜਿਹੜੀਆਂ ਬਾਤਾਂ ਨੇ ਜਾਂ ਇਹ ਜਿਹੜੀਆਂ ਖੇਡਾਂ ਨੇ, ਇਹ ਤਰਕ ਵਾਲੀ ਬੁੱਧੀ ਦੇ ਸਮਝ ਵਿੱਚ ਆਉਣ ਵਾਲੀਆਂ ਨਹੀਂ। ਜਿਹੜੇ ਕੇਵਲ ਆਪਣੇ ਗਿਆਨ ਨੂੰ ਮੁੱਖ ਰੱਖਦੇ, ਆਪਣੇ ਤਜਰਬੇ ਨੂੰ ਮੁੱਖ ਰੱਖਦੇ ਜਾਂ ਸਾਇੰਸ ਨੂੰ ਮੁੱਖ ਰੱਖਦੇ, ਇਹ ਉਹਨਾਂ ਦੇ ਗੱਲ ਸਮਝ ਵਿੱਚ ਆਉਣ ਵਾਲੀ ਨਹੀਂ ਹੈ। ਇਹ ਤਾਂ ਆਪਣਾ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਤੇ ਮਹਾਰਾਜ ਦੇ ਪਿਆਰਿਆਂ ਦੇ ਉੱਤੇ ਭਰੋਸਾ ਰੱਖ ਕੇ, ਯਕੀਨ ਰੱਖ ਕੇ ਜਿਹੜਾ ਚੱਲਦਾ ਉਹਨੂੰ ਪਤਾ ਲੱਗਦਾ ਵੀ ਇਹੋ ਜਿਹੀਆਂ ਖੇਡਾਂ ਹੋ ਜਾਂਦੀਆਂ, ਇਹੋ ਜਿਹੇ ਕਾਰਜ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਦੇ ਮੁਖ ਤੋਂ ਨਿਕਲੇ ਹੋਏ ਜਿਹੜੇ ਬਚਨ ਨੇ, ਉਹ ਤਿੰਨ ਕਾਲ ਸਤ ਹੁੰਦੇ। ਅੰਡ ਬਿਨਾਸੀ, ਜੇਰ ਬਿਨਾਸੀ, ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ, ਖਟਹਿ ਬਿਨਾਸੀ, ਇੱਕ ਸਾਧ ਬਚਨ ਨਿਹ ਚਲਾਦਾ। ਸੋ ਹੁਣ ਇੱਥੇ ਇੱਕ ਹੋਰ ਬੀਬਾ ਜੀ, ਜਿਹਦਾ ਨਾਮ ਸੀ ਬੀਬੀ ਬੰਤ ਕੌਰ, ਉਹਨਾਂ ਦਾ ਸਹੁਰਾ ਪਿੰਡ ਧਨੌਲੀ ਤੇ ਪੇਕਾ ਪਿੰਡ ਸੂਸਾਂ ਸੀ। ਬੀਬੀ ਜੀ ਦੇ ਪਿਤਾ ਜੀ ਦਾ ਨਾਮ ਸ਼ਿਵ ਸਿੰਘ ਸੀ ਤੇ ਆਪ ਜੀ ਹਕੀਮੀ ਕਰਦੇ ਸੀ। ਬੀਬੀ ਜੀ ਦੀ ਮਾਤਾ ਦਾ ਨਾਮ ਗੰਗੋ ਸੀ। ਸ਼ਿਵ ਸਿੰਘ ਜੀ ਹਕੀਮੀ ਕਰਦੇ ਹੋਣ ਕਰਕੇ ਇਹਨਾਂ ਨੂੰ ਸਾਰੇ ਹਕੀਮ ਜੀ ਕਰਕੇ ਬੁਲਾਉਂਦੇ ਸੀ। ਨਾਮ ਲੋਕੀ ਘੱਟ ਹੀ ਜਾਣਦੇ ਸੀ, ਹਕੀਮ ਜੀ ਕਰਕੇ ਸਾਰੇ ਬੁਲਾ ਰਹੇ ਸੀ ਇਹਨਾਂ ਨੂੰ। ਬੜੇ ਨਰਮ ਦਿਲ ਸੀਗੇ, ਪਰਉਪਕਾਰੀ ਸੀਗੇ, ਸੰਤਾਂ ਦੇ ਸੇਵਕ ਸੀਗੇ, ਗਰੀਬਾਂ ਦਾ ਇਲਾਜ ਮੁਫਤ ਕਰਦੇ ਸੀ। ਹਕੀਮ ਜੀ ਦਾ ਆਪਣੇ ਇਲਾਕੇ ਦੇ ਵਿੱਚ ਕਾਫੀ ਦਬਦਬਾ ਸੀ। ਆਪਣੇ ਇਲਾਕੇ ਵਿੱਚ ਬੜੇ ਮੰਨੇ ਪਰਮੰਨੇ ਸੱਜਣ ਸੀਗੇ, ਬੜੇ ਸੁੰਦਰ ਦਰਸ਼ਨੀ ਜਵਾਨ ਸੀ। ਸੋ ਇਸ ਤਰ੍ਹਾਂ ਨਾਲ ਇਹਨਾਂ ਦਾ ਇਹ ਸੁਭਾਅ ਜਿਹੜਾ ਮਹਾਂਪੁਰਖਾਂ ਦੀ ਸੰਗਤ ਕਰਕੇ ਬਣਿਆ। ਮਹਾਂਪੁਰਖ ਇਹਨਾਂ ਦੇ ਨਗਰ ਦੇ ਵਿੱਚ ਬਹੁਤ ਵਿਸ਼ਵ ਦੇ ਵਿੱਚ ਪ੍ਰਸਿੱਧ ਨਾਮ ਹੈ ਉਹਨਾਂ ਦਾ, ਧੰਨ ਧੰਨ ਬਾਬਾ ਜਵਾਹਰ ਦਾਸ ਜੀ। ਮਹਾਂਪੁਰਸ਼ਾਂ ਦਾ ਜਨਮ ਨਗਰ ਵੀ ਸੂਸਾਂ ਹੀ ਸੀ। ਬਚਪਨ ਤੋਂ ਹੀ ਪੂਰਬਲੇ ਭਾਗਾਂ ਦੇ ਨਾਲ ਕਿਸੇ ਬੀਤਰਾਗ ਮਹਾਂਪੁਰਖਾਂ ਦਾ ਇਹਨਾਂ ਨੂੰ ਮਿਲਾਪ ਹੋ ਗਿਆ ਸੀ, ਸੰਤ ਬਾਬਾ ਜਵਾਹਰ ਦਾਸ ਜੀ ਨੂੰ, ਔਰ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਨੇ ਨਾਮ ਦਾ ਰੰਗ ਚਾੜ ਦਿੱਤਾ। ਤੇ ਫਿਰ ਮਹਾਂਪੁਰਸ਼ ਬਹੁਤ ਜ਼ਿਆਦਾ ਤਿਆਗ ਵਿਰਾਗ ਦੇ ਵਿੱਚ ਰਹਿੰਦੇ ਸੀ, ਭਗਤੀ ਵਿੱਚ ਰਹਿੰਦੇ ਸੀ, ਔਰ ਰਾਹੀਆਂ ਨੂੰ, ਬੈਲਾਂ ਨੂੰ ਮਹਾਂਪੁਰਖ ਪਾਣੀ ਪਿਲਾਇਆ ਕਰਦੇ। ਰੱਜ ਕੇ ਲੋਕ ਮਹਾਂਪੁਰਖਾਂ ਦੀ ਸੇਵਾ ਵੀ ਕਰਦੇ ਤੇ ਪਰ ਮਹਾਂਪੁਰਖ ਬਹੁਤ ਤਿਆਗ ਦੀ ਬਿਰਤੀ ਦੇ ਵਿੱਚ ਰਹਿੰਦੇ ਸੀ। ਸੰਤ ਬਾਬਾ ਜਵਾਹਰ ਦਾਸ ਜੀ ਮਹਾਰਾਜ, ਜਦੋਂ ਬਾਬਾ ਜਵਾਹਰ ਦਾਸ ਜੀ ਦਾ ਸਰੀਰ ਤਿਆਗਣ ਦਾ ਸਮਾਂ ਆਇਆ ਤਾਂ ਇਹਨਾਂ ਨੇ ਆਪਣੇ ਪ੍ਰੇਮੀਆਂ ਨੂੰ ਉਦਾਸ ਹੋਏ ਦੇਖਿਆ ਤੇ ਪ੍ਰੇਮੀਆਂ ਸੰਗਤਾਂ ਨੂੰ ਆਖਿਆ ਵੀ ਤੁਸੀਂ ਉਦਾਸ ਨਾ ਹੋਵੋ, ਨਾ ਰੋਇਓ। ਰੋਣਾ ਤਾਂ ਉਹਨੂੰ ਚਾਹੀਦਾ ਜਿਹੜਾ ਬੰਦਾ 84 ਲੱਖ ਜੂਨਾਂ ਦੇ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਹੋਇਆ ਹੋਵੇ, ਜਿਹੜਾ ਗੁਰੂ ਦੀ ਕਿਰਪਾ ਸਦਕਾ ਗੁਰਮੁਖ ਬਣ ਕੇ ਪਰਮੇਸ਼ਰ ਵਿੱਚ ਲੀਨ ਹੋ ਕੇ ਸੱਚਖੰਡ 'ਚ ਚਲਿਆ ਜਾਵੇ, ਉਹਨੂੰ ਤਾਂ ਨਹੀਂ ਰੋਣਾ ਚਾਹੀਦਾ। ਫਿਰ ਪ੍ਰੇਮੀ ਕਹਿਣ ਲੱਗੇ, ਕਹਿੰਦੇ ਸੰਤ ਮਹਾਰਾਜ ਜੀ, ਜਦੋਂ ਤੁਸੀਂ ਸੱਚਖੰਡ ਜਾਓਗੇ ਤਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗੂ ਵੀ ਤੁਸੀਂ ਸੱਚਖੰਡ ਪਹੁੰਚੇ ਆ? ਸਾਨੂੰ ਕਿੱਦਾਂ ਤਸੱਲੀ ਆਊ? ਤਾਂ ਮਹਾਂਪੁਰਖ ਕਹਿੰਦੇ, ਜਦੋਂ ਅਸੀਂ ਆਪਣੇ ਨਿਜ ਧਾਮ ਸੱਚਖੰਡ ਦੇ ਵਿੱਚ ਚਲੇ ਜਾਵਾਂਗੇ ਤਾਂ ਆਕਾਸ਼ ਦੇ ਵਿੱਚ ਇੱਕ ਅਗੰਮੀ ਗੋਲਾ ਚੱਲੇਗਾ, ਤੁਹਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਸੱਚਖੰਡ ਪਹੁੰਚ ਗਏ। ਤੋ ਇਹ ਬਚਨ ਮਹਾਂਪੁਰਸ਼ਾਂ ਦਾ ਪੂਰਾ ਹੋਇਆ ਸੀ। ਜਦੋਂ ਮਹਾਂਪੁਰਖ ਸਰੀਰ ਛੱਡ ਕੇ ਸੱਚਖੰਡ ਪੁੱਜੇ ਤਾਂ ਆਕਾਸ਼ ਦੇ ਵਿੱਚ ਬੜਾ ਭਾਰੀ ਇੱਕ ਅਗੰਮੀ ਗੋਲਾ ਚੱਲਿਆ ਸੀ। ਬਹੁਤ ਸਾਰੇ ਮੁਲਕਾਂ ਦੇ ਵਿੱਚ ਉਹ ਗੋਲੇ ਦੀ ਆਵਾਜ਼ ਸੁਣੀ ਸੀ। ਸੋ ਇਸ ਤਰ੍ਹਾਂ ਨਾਲ ਉਹਨਾਂ ਮਹਾਂਪੁਰਖਾਂ ਦੀ ਸੰਗਤ ਇਹਨਾਂ ਨੂੰ ਹਕੀਮ ਜੀ ਨੂੰ ਹੋਈ ਸੀ, ਜਿਨ੍ਹਾਂ ਕਰਕੇ ਇਹਨਾਂ ਦਾ ਸੁਭਾਅ ਬੜਾ ਸਤਸੰਗੀ ਸੀ। ਔਰ ਇਹਨਾਂ ਦੇ ਮਨ ਵਿੱਚ ਸਾਰੇ ਹੀ ਸਾਧੂ ਸੰਤਾਂ ਬਾਰੇ ਹਮੇਸ਼ਾ ਪ੍ਰੇਮ ਬਣਿਆ ਰਹਿੰਦਾ। ਆਏ ਅਭਿਆਗਤਾਂ ਦੀ ਸੇਵਾ ਕਰਦੇ ਚਾਅ ਦੇ ਨਾਲ। ਤੇ ਬੀਬੀ ਬੰਤੀ ਸੀ ਜਿਹੜੀ ਬੰਤ ਕੌਰ, ਇਹ ਵੀ ਆਪਣੇ ਮਾਤਾ ਪਿਤਾ ਦੇ ਇਸ ਸੁਭਾਅ ਦੇ ਸਦਕਾ ਇਹਦੇ ਮਨ ਵਿੱਚ ਵੀ ਸੇਵਾ ਕਰਨ ਦਾ ਰੰਗ ਚੜ੍ਹ ਗਿਆ। ਇਹਦੇ ਮਨ ਦੇ ਵਿੱਚ ਵੀ ਹਮੇਸ਼ਾ ਸਾਧੂਆਂ ਦਾ ਸਤਿਕਾਰ ਬਣਿਆ ਰਹਿੰਦਾ। ਜਦੋਂ ਇਸ ਬੀਬੀ ਬੰਤ ਕੌਰ ਦੀ ਸ਼ਾਦੀ ਹੋਈ
ਤਾਂ ਪਿੰਡ ਤਨੌਲੀ ਦੇ ਸਰਦਾਰ ਨੱਥਾ ਸਿੰਘ ਦੇ ਪੁੱਤਰ ਸਰਦਾਰ ਸ਼ੰਕਰ ਸਿੰਘ ਨੂੰ ਇਹ ਵਿਆਹੀ ਗਈ। ਜਿਸ ਵੇਲੇ ਸਹੁਰੇ ਘਰ ਵਸੀ ਤੇ ਇਹਨਾਂ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਪੁੱਤਰ ਸੋਹਣ ਸਿੰਘ ਦਾ ਜਨਮ ਹੋਇਆ। ਹੁਣ ਇਸ ਬੀਬੀ ਦਾ ਪਤੀ ਸ਼ੰਕਰ ਸਿੰਘ ਧਨ ਕਮਾਉਣ, ਆਪਣੀ ਕਿਰਤ ਕਰਨ ਵਾਸਤੇ ਅਫਰੀਕਾ ਚਲਿਆ ਗਿਆ। ਅਫਰੀਕਾ ਉਸ ਸਮੇਂ ਗੈਰਆਬਾਦ ਇਲਾਕਾ ਸੀ ਤੇ ਅੰਗਰੇਜ਼ ਲੋਕ ਪੰਜਾਬੀ ਲੋਕਾਂ ਨੂੰ ਉੱਥੇ ਲਿਜਾ ਕੇ ਉਸ ਇਲਾਕੇ ਨੂੰ ਆਬਾਦ ਕਰ ਰਹੇ ਸੀ। ਤੋ ਹੁਣ ਜਿੱਥੇ ਬੀਬੀ ਵਿਆਹੀ ਆਈ ਸੀ, ਇਹ ਸਰਦਾਰ ਨੱਥਾ ਸਿੰਘ ਸੀ ਜਿਹੜਾ, ਇਹ ਸਤਸੰਗੀ ਨਹੀਂ ਸੀ। ਇਹ ਸਾਧੂਆਂ ਤੋਂ ਤਾਂ ਬਹੁਤ ਘਿਰਣਾ ਕਰਦਾ ਸੀ, ਮਹਾਂਪੁਰਖਾਂ ਦਾ ਤਾਂ ਨਿੰਦਕ ਸੀ ਇਹ। ਤਾਂ ਹੁਣ ਇਹ ਬੀਬੀ ਜਿਸ ਵੇਲੇ ਇਸ ਘਰ ਵਿੱਚ ਵਿਆਹੀ ਆ ਗਈ, ਉਹਨੂੰ ਬੜਾ ਦੁੱਖ ਹੋਇਆ ਵੀ ਇਹ ਤਾਂ ਸਾਰਾ ਪਰਿਵਾਰ ਹੀ ਪੁੱਠੇ ਪਾਸੇ ਜਾਣ ਵਾਲਾ, ਕੋਈ ਮਹਾਂਪੁਰਸ਼ਾਂ ਦਾ ਸਤਿਕਾਰ ਨਹੀਂ ਕਰਨ ਵਾਲਾ। ਹੁਣ ਨਿਸ਼ਚਾ ਸੀ ਇਸ ਬੀਬੀ ਦਾ, ਇਹ ਅੰਦਰੋਂ ਅੰਦਰ ਹੀ ਤਾਂ ਜੁੜੀ ਰਹੀ ਪਰਮੇਸ਼ਰ ਨਾਲ, ਪਰ ਬਾਕੀ ਪਰਿਵਾਰ ਇਹਦੇ ਆਖੇ ਤੇ ਇਸ ਪਾਸੇ ਨਾ ਲੱਗਿਆ। ਕੋਈ ਕਾਰਨ ਐਸਾ ਬਣਿਆ ਵੀ ਬੀਬੀ ਜੀ ਦੇ ਘਰੋਂ ਕੋਈ ਚੀਜ਼ ਗਵਾਚ ਗਈ। ਉਸ ਵਸਤੂ ਦੇ ਗਵਾਚਣ ਦੇ ਕਾਰਨ ਬੀਬੀ ਬੰਤ ਕੌਰ ਬਹੁਤ ਉਦਾਸ ਰਹਿਣ ਲੱਗ ਪਈ। ਦੋ ਚਾਰ ਬੀਬੀਆਂ ਗਲੀ ਵਿਹੜੇ ਦੀਆਂ ਬੈਠੀਆਂ, ਗੱਲਾਂ ਚੱਲ ਪਈਆਂ ਵੀ ਇੱਥੇ ਡੂਮਾਂ ਦੇ ਵਿੱਚ ਇੱਕ ਸੰਤ ਮਹਾਂਪੁਰਖ ਆਉਂਦੇ ਆ ਹਰਖੋਵਾਲ ਤੋਂ, ਸੰਤ ਜਵਾਲਾ ਸਿੰਘ ਜੀ, ਵੀ ਜੇ ਤੁਸੀਂ ਉਹਨਾਂ ਦੇ ਦਰਸ਼ਨ ਕਰੋ ਤਾਂ ਉਹ ਤਾਂ ਗੁਰੂ ਨਾਨਕ ਮਹਾਰਾਜ ਦਾ ਹੀ ਰੂਪ ਆ। ਉਸ ਬਜ਼ੁਰਗ ਮਾਈ ਨੇ ਜਿਸ ਵੇਲੇ ਇਹ ਪਿਆਰ ਭਰਿਆ ਬਚਨ ਇਹਨਾਂ ਬੀਬੀਆਂ ਵਿੱਚ ਕੀਤਾ, ਤਾਂ ਹੁਣ ਬੀਬੀ ਬੰਤ ਕੌਰ ਦੇ ਮਨ ਵਿੱਚ ਵੀ ਇਹ ਖਿੱਚ ਪਈ ਵੀ ਇੰਨਾ ਸਮਾਂ ਹੋ ਗਿਆ, ਕਦੇ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਕੀਤੇ, ਬਈ ਕਿਉਂ ਨਾ ਮੈਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਵਾਂ। ਤੋ ਸਮਾਂ ਆਇਆ, ਮਹਾਂਪੁਰਖਾਂ ਨੇ ਜਦੋਂ ਡੂਮਾ ਆਉਣਾ ਸੀ ਤੇ ਮਹਾਂਪੁਰਖ ਉੱਥੇ ਆਏ ਤੇ ਇਹ ਬੀਬੀ ਬੰਤ ਕੌਰ ਕਿਸੇ ਤਰ੍ਹਾਂ ਕਰਕੇ ਇਸ ਬੀਬੀ ਨੇ ਆਪਣੀ ਨਣਦ ਨੂੰ ਆਪਣੇ ਨਾਲ ਸਹਿਮਤ ਕੀਤਾ ਤੇ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਚਲੀ ਗਈ। ਉਹ ਕਹਿੰਦੀ ਵੀ ਮੈਂ ਕਿਸੇ ਤਰ੍ਹਾਂ ਆਪਣੇ ਪਿਤਾ ਨੂੰ ਬਹਾਨਾ ਲਾ ਦਿਆਂਗੀ, ਵੀ ਨਹੀਂ ਦੱਸਾਂਗੇ ਵੀ ਤੁਸੀਂ ਸੰਤਾਂ ਦੇ ਦਰਸ਼ਨ ਕਰਨ ਗਏ। ਇਹ ਆਪਣੇ ਬੱਚੇ ਸੋਹਣ ਸਿੰਘ ਨੂੰ ਨਾਲ ਲੈ ਗਈ, ਜਾ ਕੇ ਨਮਸਕਾਰ ਕੀਤੀ। ਮਹਾਂਪੁਰਖਾਂ ਨੇ ਕਿਰਪਾ ਭਰੀ ਦ੍ਰਿਸ਼ਟੀ ਕੀਤੀ ਤੇ ਇਹਨੂੰ ਬਿਲਕੁਲ ਨਿਸ਼ਚਾ ਹੋ ਗਿਆ ਵੀ ਸੰਤ ਬਾਬਾ ਜਵਾਲਾ ਸਿੰਘ ਜੀ ਗੁਰੂ ਨਾਨਕ ਮਹਾਰਾਜ ਦਾ ਹੀ ਰੂਪ ਹਨ। ਸੰਕਲਪ ਆਪਣਾ ਅਰਪਣ ਕਰ ਦਿੱਤਾ, ਸਾਰਾ ਕੁਝ ਸੰਕਲਪ ਦੁਆਰਾ ਹੀ, ਵੀ ਹੇ ਮਹਾਂਪੁਰਖੋ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਤੇ ਕਦੇ ਵੀ ਤੁਹਾਡੇ ਚਰਨਾਂ ਨਾਲੋਂ ਵਿਛੜਾ ਨਾ। ਜਿਸ ਵੇਲੇ ਵਾਪਸ ਬੀਬੀ ਘਰੇ ਆਈ ਤਾਂ ਬੀਬੀ ਦਾ ਲੜਕਾ ਸੋਹਣ ਸਿੰਘ, ਜੋ ਕਿ ਅਜੇ ਛੋਟਾ ਹੀ ਸੀ, ਇਹਨੇ ਆਉਂਦਿਆਂ ਹੀ ਆਪਣੇ ਦਾਦਾ ਜੀ ਨੂੰ ਸਾਰੀ ਗੱਲ ਤੋਤਲੀ ਜ਼ਬਾਨ ਦੇ ਨਾਲ ਦੱਸ ਦਿੱਤੀ ਵੀ ਅੱਜ ਮੈਂ ਤੇ ਮੇਰੀ ਮਾਤਾ ਜੀ ਡੂਮਾ ਗਏ ਸੀ ਸੰਤਾਂ ਦੇ ਕੋਲ, ਉੱਥੇ ਹੋਰ ਵੀ ਬਹੁਤ ਸੰਗਤ ਸੀ, ਅਸੀਂ ਕੜਾਹ ਪ੍ਰਸ਼ਾਦ ਵੀ ਛਕਿਆ, ਸ਼ਰਦਾਈ ਵੀ ਛਕੀ, ਰੋਟੀ ਵੀ ਖਾਧੀ ਤੇ ਬਾਬਾ ਜੀ ਦੇ ਕੋਲੋਂ ਚਾਹ ਵੀ ਪੀਤੀ। ਗੱਲ ਕੀ ਜੋ ਵੀ ਉੱਥੇ ਸੁਣਿਆ ਦੇਖਿਆ, ਉਸ ਬੱਚੇ ਨੇ ਬਚਪਨੇ ਦੇ ਵਿੱਚ ਸਾਰਾ ਕੁਝ ਬੋਲ ਕੇ ਦੱਸ ਦਿੱਤਾ। ਜਦ ਹੁਣ ਨੱਥਾ ਸਿੰਘ ਨੇ ਸਾਰਾ ਕੁਝ ਸੁਣਿਆ ਵੀ ਅੱਜ ਮੇਰੀ ਨੌਂ ਸੰਤਾਂ ਕੋਲ ਗਈ ਸੀ, ਤਾਂ ਇਹ ਸਰਦਾਰ ਸਾਹਿਬ ਬੜੇ ਗੁੱਸੇ ਵਿੱਚ ਆ ਗਏ। ਤਾਂ ਬੀਬੀ ਬੰਤ ਕੌਰ ਨੂੰ ਕਹਿਣ ਲੱਗੇ, ਬੀਬੀ ਅੱਜ ਤਾਂ ਤੂੰ ਸੰਤਾਂ ਦੇ ਚਲੀ ਗਈ, ਅੱਜ ਤੇਰਾ ਜਾਣਾ ਪਹਿਲੀ ਵਾਰ ਦਾ, ਅੱਗੇ ਵਾਸਤੇ ਜੇ ਸੰਤਾਂ ਦੇ ਗਈ ਤਾਂ ਮੇਰੇ ਨਾਲੋਂ ਸਖਤ ਬੁਰਾ ਕੋਈ ਨਹੀਂ ਹੋਊਗਾ ਤੇ ਤੂੰ ਕਦੇ ਵੀ ਸੰਤਾਂ ਸਾਧਾਂ ਦੇ ਨਹੀਂ ਜਾਣਾ, ਅਸੀਂ ਸਾਧਾਂ ਨੂੰ ਨਹੀਂ ਮੰਨਦੇ। ਆਪਣੇ ਸਹੁਰੇ ਦੀ ਇਹ ਸਿੱਖਿਆ ਸੁਣਦੇ ਬਚਨ ਬੀਬੀ ਨੇ ਉੱਤਰ ਤਾਂ ਕੋਈ ਨਾ ਦਿੱਤਾ, ਪਰ ਹੁਣ ਅੰਦਰੋਂ ਅੰਦਰੀ ਇਹਨੂੰ ਦੁੱਖ ਬੜਾ ਲੱਗਾ। ਬਾਣੀ ਕਹਿੰਦੀ ਹੈ ਜੀ ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਇਹ ਜਿਹੜਾ ਪ੍ਰੇਮ ਹੈ ਰੱਬ ਦੇ ਪਿਆਰਿਆਂ ਦਾ, ਸਾਧੂਆਂ ਦਾ, ਗੁਰੂ ਸਾਹਿਬਾਂ ਦਾ, ਜੇ ਕੋਈ ਹਟਾਉਣਾ ਚਾਹੇ ਤਾਂ ਮਹਾਰਾਜ ਕਹਿੰਦੇ ਜਿਉਂ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕ ਹੈ ਵਿਦਿਆ
सन्मुख उठ धावै। भवन लोभी कुसुम बास का मिल आप बंधावै। त्यों संत जना हर प्रीत है देख दर्श अघावै। सो बीबी बंत कौर भी संत महाराज के दर्शनां तो बिना ते संतां दे मुखार बिंद दे अमृतमई बचन सुने तो बिना अपना मरण समझदी सी भी जे महापुरखां दे दर्शन ही ना होए, उन्हां दे बचन ही ना सुन होए तां फिर जीवन काहदा है। ये तां मरण तो भी बड़ा दुख है। तो बीबी हमेशा ऐदां उदास ही रहा करे। तो बीबी दा सहुरा सी जिहड़ा ये नत्था सिंह सख्ती करदा गया, पर बीबी किसी ना किसी तरह महापुरखां दे दर्शन कर ही आउंदी। वो ये दशा बन गई परिवार दी बई हर वेले लड़ाई, हर वेले झगड़ा करना उसने। तो बीबी तेजो नूं, बीबी अमर कौर नूं, होर जिन्नियां भी संतां दे जाण वालियां बीबियां सी उन्हां नूं भी गंदियां गालां नत्था सिंह ने कढणीआं, बहुत माड़े बोल बोलणे। ते बीबी बंत कौर दे नाल जो कपੱਤ हुंदी घर दे विच, जो लड़ाई हुंदी घर दे विच, ये सुन के सारियां दा ही मन औखा होना, सारियां नूं दुख लगना। तो महापुरखां दे चरनां विच बीबी बंत कौर हमेशा यही अरदास करिया करदी भी हे महाराज इन्नी को किरपा करियो भी इस नगुरे बंदे दे मैनू हत्थां दी मार ना पवे ते गालां कड्डे जो मर्जी कही जावे, पर मेरी इन्नी क रखिया करियो। अखीर बीबी बंत कौर नूं घर विचों अलग कर दिता गया। ते पर इहने महापुरुषां दा प्रेम नहीं छड्डिया। अखीर तंग आके इहने अपने पति शंकर सिंह नूं अफरीका नूं पत्रिका लिखा के भेजी वे पिता जी ने राशन देना बंद कर दिता, घर तो अलग कर दिता है। तो इहने बाहरों फिर उथों खर्चा घल्लना शुरू कर दिता। बीबी हमेशा संतां दे संगत विच जांदी रही, सेवा भी करती रही, बाणी पढ़ती रही, सिमरन करती रही। इस तरह सत्संग करदियां समा लंघदा गया। बीबी दा पुत्र भी जवान हो गया। तो हुण इहदा जदों पति अफरीका तो वापस आया, इहनूं पता लग्या भी इदां करके ये संतां दे जांदी है, संगत करदी है। तां हुण उहने आके कलेश करना शुरू कर दिता भी तैनूं कोई लोड़ नहीं जाण दी, तैनूं उत्थे जाण दा कोई भी काम नहीं है। ऐसे बचन माड़े चंगे भी कई बोलने, पर प्रेम एक ऐसी उच्च वस्तु है जिसनूं ये प्रेम गुरु घर दा प्राप्त हो जावे, उहनूं बाकी सारे जिहड़े सुख ने वो छड्डणे प्रवान हो जांदे ने, पर गुरु घर दा प्रेम छड्डना प्रवान नहीं हुंदा। सो पति ने सख्ती भी कीती, पर बीबी ने संतां दा सत्संग नहीं छड्डिया, महापुरखां दे चरनां विच जाना नहीं छड्डिया। अखीर ये बीबी दा पति फिर मुड़ के अफरीका नूं चलिया गया ते नाल अपने पुत्र नूं भी अफरीका लै गया। बीबी ने रज के संगत कीती महापुरखां दी ते महापुरखां दे चरनां विच रज के खुशियां माणियां। एक दिन संत महाराज बाबा ज्वाला सिंह जी बीबी जी नूं पुछण लगे, बेटा तुहाडे मन दी कोई इच्छा है दसो। तां बीबी जी कहण लगे, मेरे पूज्य पिता जी मेरा पति साधुआं दी संगत तो बहुत नफरत करता। वो कहण लगे, जे तेरी इच्छा है तो तेरे पति नूं अफरीका तो मंगा लईए वापस। कहण लगी, ना महाराज जे वो अफरीका विच है तो घट्टो घट आप जी की निंदिया तो बचिया होया है, इत्थे आवेगा ते मैनू आप जी की संगत तो भी वरजदा है ते तुहाडे प्रति माड़े बचन भी बोलदा है। ते मैं बाणी पढ़दी हाँ, साध का निंदक कैसे तरै सर पर जानो नरक ही पर। इस करके महाराज मैं चाहुंदी हाँ भी वो नरकां तो बच जावे ते अपना कामकार करे। ते महाराज तुहाडी किरपा नाल किसी चीज़ की कमी नहीं है। सो समय अनुसार बीबी दे सहुरे नत्था सिंह ने अखंड पाठ साहब करवाया ते ऐसी किरपा वाहिगुरू ने कीती बई जिहड़ा भोग वाले दिन दा लंगर सी वो बीबी जी दे घर ही तैयार किया गया और बीबी जी ने रज के सेवा की। इहदी निमरता, इहदी सेवा दी भावना
ਔਰ ਇਹਦੇ ਮੁਖ ਤੋਂ ਕਦੇ ਵੀ ਕੋਈ ਮਾੜਾ ਲਫ਼ਜ਼ ਨਹੀਂ ਸੀ ਨਿਕਲਿਆ। ਇਸ ਗੱਲ ਨੂੰ ਜਦੋਂ ਨੱਥਾ ਸਿੰਘ ਨੇ ਵਿਚਾਰਿਆ ਤੇ ਇਹਨੂੰ ਬਾਕੀਆਂ ਨੇ ਵੀ ਕਿਹਾ ਵੀ ਜਿਹਨੂੰ ਸਾਰੀ ਜ਼ਿੰਦਗੀ ਤੂੰ ਭੰਡਦਾ ਰਿਹਾ, ਮਾੜਾ ਬੋਲਦਾ ਰਿਹਾ, ਗਾਲਾਂ ਦਿੰਦਾ ਰਿਹਾ, ਉਹ ਦੇਖ ਤੇਰੀ ਕਿੰਨੀ ਸੇਵਾ ਕਰ ਰਹੀ ਆ। ਤਾਂ ਉਸ ਵੇਲੇ ਨੱਥਾ ਸਿੰਘ ਨੇ ਮੁਆਫੀ ਮੰਗੀ ਵੀ ਮੈਂ ਤੈਨੂੰ ਤੇਰੇ ਸੰਤਾਂ ਨੂੰ ਬਹੁਤ ਮਾੜੇ ਲਫ਼ਜ਼ ਬੋਲੇ ਆ ਤੇ ਬੱਚੀ ਮੈਨੂੰ ਮੁਆਫ ਕਰ ਦੇ। ਤਾਂ ਉਸ ਵੇਲੇ ਬੀਬੀ ਬੰਤ ਕੌਰ ਕਹਿਣ ਲੱਗੀ, ਕਹਿੰਦੀ ਪਿਤਾ ਜੀ ਜੇ ਮੁਆਫੀ ਮੰਗਣੀ ਆ ਤਾਂ ਮੇਰੇ ਕੋਲ ਮੁਆਫੀ ਮੰਗਣ ਦੀ ਲੋੜ ਨਹੀਂ, ਤੇ ਜੇ ਮੁਆਫੀ ਮੰਗਣੀ ਤਾਂ ਤੁਸੀਂ ਸੰਤ ਮਹਾਰਾਜ ਦੇ ਕੋਲ ਜਾਓ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹੁਣੀ ਤੁਹਾਨੂੰ ਮਾਫ ਕਰ ਸਕਦੇ ਆ, ਤੇ ਮੇਰਾ ਤਾਂ ਤੁਸੀਂ ਕੋਈ ਗੁਨਾਹ ਨਹੀਂ ਕੀਤਾ, ਤੇ ਉਹਨਾਂ ਤੇ ਜਾ ਕੇ ਮੁਆਫੀ ਮੰਗੋ। ਤਾਂ ਹੁਣ ਇਹ ਸਰਦਾਰ ਨੱਥਾ ਸਿੰਘ ਆਪਣੀ ਨੌਂ ਬੀਬੀ ਬੰਤ ਕੌਰ ਦੇ ਨਾਲ ਫਿਰ ਸੰਤ ਮਹਾਰਾਜ ਦੇ ਚਰਨਾਂ 'ਚ ਗਿਆ। ਜਾ ਕੇ ਬੇਨਤੀ ਕੀਤੀ, ਹੇ ਬਖਸ਼ਿੰਦ ਮਹਾਂਪੁਰਸ਼ੋ, ਮੈਂ ਬੜਾ ਭਾਰੀ ਪਾਪੀ ਹਾਂ, ਮੈਂ ਤੁਹਾਡੀ ਬਹੁਤ ਨਿੰਦਿਆ ਕਰਦਾ ਰਿਹਾ ਔਰ ਇਸ ਬੱਚੀ ਨੂੰ ਮੈਂ ਬਹੁਤ ਮਾੜੇ ਲਫ਼ਜ਼ ਬੋਲਦਾ ਰਿਹਾ, ਤੇ ਕਿਰਪਾ ਕਰੋ, ਤੁਹਾਡੇ ਕੋਲ ਮੈਂ ਆਉਣੋਂ ਵੀ ਰੋਕਦਾ ਰਿਹਾ, ਹੁਣ ਮੇਰੇ ਤੇ ਤਰਸ ਕਰੋ ਤੇ ਮੈਨੂੰ ਬਖਸ਼ ਲਓ। ਸੰਤ ਮਹਾਰਾਜ ਦੀ ਨਿਮਰਤਾ ਅਖੀਰ ਵੇਲੇ ਦੀ ਦੇਖ ਕੇ ਕਹਿੰਦੇ, ਨੱਥਾ ਸਿੰਘ ਤੈਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ ਦਿੱਤਾ ਹੈ, ਅਖੀਰ ਵੇਲੇ ਹੀ ਸਹੀ, ਅਖੀਰਲੀ ਉਮਰ ਵਿੱਚ ਆ ਕੇ ਸਹੀ, ਤੇਰੇ ਮਨ ਦੇ ਵਿੱਚ ਆਪਣੀ ਗਲਤੀ ਦਾ ਅਹਿਸਾਸ ਤਾਂ ਹੋਇਆ, ਤੇਰੇ ਮਨ ਦੇ ਵਿੱਚ ਇਹ ਗੱਲ ਤਾਂ ਆਈ ਵੀ ਤੂੰ ਗਲਤ ਸੀ ਤੇ ਇਹ ਬੱਚੀ ਸਹੀ ਸੀ। ਤੇ ਕਹਿੰਦੇ ਜੇ ਤੇਰੇ ਮਨ ਦੇ ਵਿੱਚ ਗੁਨਾਹਾਂ ਦੀ ਤਲਾਫੀ ਆ ਗਈ ਤਾਂ ਫਿਰ ਬਈ ਗੁਰੂ ਨਾਨਕ ਮਹਾਰਾਜ ਨੇ ਸਮਝ ਲੈ ਤੈਨੂੰ ਬਖਸ਼ ਦਿੱਤਾ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਦੇ ਨਾਲ ਪ੍ਰੇਮ ਕਰਨ ਵਾਲੀਆਂ ਜਗਿਆਸੂ ਰੂਹਾਂ। ਸੋ ਇਹ ਬੀਬੀ ਅਮਰ ਕੌਰ ਜੀ ਇਤਨਾ ਪ੍ਰੇਮ, ਕਈ ਵਾਰੀ ਮਹਾਂਪੁਰਖ ਪ੍ਰੇਮੀ ਦਾ ਪ੍ਰੇਮ ਪਰਖਣ ਵਾਸਤੇ ਕੋਈ ਨਾ ਕੋਈ ਕੌਤਕ ਰਚ ਲਿਆ ਕਰਦੇ ਹਨ। ਸੋ ਸੰਤ ਮਹਾਰਾਜ ਨੇ ਐਸਾ ਕੌਤਕ ਰਚਿਆ ਵੀ ਬਾਬਾ ਈਸ਼ਰ ਸਿੰਘ ਜੀ ਨੂੰ ਅੰਤਰ ਆਤਮੇ ਪ੍ਰੇਰਣਾ ਦੇ ਕੇ ਬਚਨ ਕਰਾ ਦਿੱਤਾ। ਰਾਤ ਦਾ ਲੰਗਰ ਸੰਗਤ ਨੇ ਛਕਿਆ ਸੀ ਤੇ ਲੰਗਰ ਛਕਣ ਤੋਂ ਉਪਰੰਤ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਚਲੇ ਗਏ। ਜਾ ਕੇ ਨਮਸਕਾਰ ਕੀਤੀ ਤੇ ਬਾਬਾ ਈਸ਼ਰ ਸਿੰਘ ਜੀ ਹੱਸ ਕੇ ਕਹਿੰਦੇ, ਰੱਬ ਜੀ ਹੁਣ ਇਦਾਂ ਕਰੋ, ਤੁਸੀਂ ਡੇਰੇ 'ਚ ਚਲੇ ਜਾਓ, 1 ਸਾਲ ਤੱਕ ਤੁਸੀਂ ਡੇਰੇ 'ਚ ਨਹੀਂ ਆਉਣਾ, ਹੁਣੇ ਹੀ ਚਲੇ ਜਾਓ ਰਾਤ ਨੂੰ ਹੀ। ਸੰਤ ਮਹਾਰਾਜ ਨੇ ਕੋਈ ਵਚਨ ਨਹੀਂ ਕਰਿਆ, ਮੋਰਿਓ 7 ਵਚਨ ਕਹਿ ਕੇ ਮੱਥਾ ਟੇਕਤਾ, ਨਮਸਕਾਰ ਕਰਤੀ। 7 ਵਚਨ ਮਹਾਰਾਜ ਜੋ ਤੁਸੀਂ ਕਹਿੰਦੇ ਠੀਕ ਹੈ। ਮਹਾਂਪੁਰਖ ਆਪਣੇ ਆਸਣ ਤੇ ਵੀ ਨਹੀਂ ਗਏ, ਤੁਰ ਪਏ। ਬਾਬਾ ਈਸ਼ਰ ਸਿੰਘ ਜੀ ਬੜੀ ਕਾਹਲੀ ਦੇ ਨਾਲ ਸੰਤ ਇੰਦਰ ਸਿੰਘ ਗੁਣੀਏ ਨੂੰ ਕਹਿਣ ਲੱਗੇ, ਜਾ ਬਈ ਸੰਤਾਂ ਦੇ ਨਾਲ ਜਾ ਤੂੰ। ਹੁਣ ਇੱਕ ਸੇਵਾਦਾਰ ਨਾਲ ਲੈ ਕੇ ਬਾਬਾ ਇੰਦਰ ਸਿੰਘ ਜੀ ਨੂੰ ਨਾਲ ਲੈ ਕੇ ਤਾਂ ਸੰਤ ਮਹਾਰਾਜ ਰਾਤ ਨੂੰ ਹੀ ਡੇਰੇ ਵਿੱਚੋਂ ਤੁਰ ਪਏ। ਡੇਰੇ ਵਾਲੇ ਸਾਰੇ ਸੇਵਾਦਾਰ ਸੰਤ ਜਿੰਨੇ ਸੀਗੇ ਉਹ ਸਾਰੇ ਉਦਾਸ ਹੋ ਗਏ ਵੀ ਆਹ ਕਿਹੜਾ ਸਮਾਂ ਰਾਤ ਦਾ, ਬਾਬਾ ਜੀ ਨੇ ਬਚਨ ਕਰ ਦਿੱਤਾ ਤੁਸੀਂ ਡੇਰੇ 'ਚੋਂ ਚਲੇ ਜਾਓ, 1 ਸਾਲ ਨਾ ਡੇਰੇ ਮੁੜ ਕੇ ਆਇਓ। ਬੇਨਤੀਆਂ ਕਰਨ ਸਾਰੇ ਹੀ ਵੀ ਕਿਸੇ ਤਰ੍ਹਾਂ ਮਹਾਰਾਜ ਸੰਤ ਡੇਰਾ ਛੱਡ ਕੇ ਨਾ ਜਾਣ, ਅਸੀਂ 1 ਸਾਲ ਕਿਵੇਂ ਰਹਾਂਗੇ ਮਹਾਂਪੁਰਸ਼ਾਂ ਤੋਂ ਬਿਨਾਂ। ਪਰ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦਾ ਕਦੇ ਬਚਨ ਨਹੀਂ ਸੀ ਟਾਲਦੇ ਹੁੰਦੇ। ਮਹਾਂਪੁਰਖ ਰਾਤ ਨੂੰ ਹੀ ਤੁਰ ਪਏ ਤਾਂ ਉਹਨਾਂ ਨੇ ਰਾਤ ਮੰਡੇਰਾਂ ਜਾ ਕੇ ਕੱਟੀ ਬਾਬਾ ਕਾਹਨਦਾਸ ਜੀ ਦੇ ਅਸਥਾਨ ਤੇ, ਜਿੱਥੇ ਬਾਬਾ ਕਾਹਨਦਾਸ ਜੀ ਮਹਾਰਾਜ ਤਾਂ ਸਰੀਰ ਕਰਕੇ ਸੱਚਖੰਡ ਜਾ ਚੁੱਕੇ ਸੀ ਤੇ ਉਹਨਾਂ ਦੇ ਧਰਮ ਸੁਪਤਨੀ ਬਜ਼ੁਰਗ ਸੀਗੇ, ਉਹ ਰਿਹਾ ਕਰਦੇ ਸੀ। ਉਹਨਾਂ ਕੋਲ ਜਾ ਕੇ ਮਹਾਂਪੁਰਖਾਂ ਨੇ ਰਾਤ ਕੱਟੀ। ਸੰਤਾਂ ਦੇ ਜਾਣ ਤੋਂ ਡੇਰੇ ਵਿੱਚ ਬਿਲਕੁਲ ਸੁੰਨ ਫੈਲ ਗਈ, ਏਦਾਂ ਲੱਗੇ ਜਿੱਦਾਂ ਡੇਰਾ ਵਸਦਾ ਹੀ ਨਹੀਂ ਹੁੰਦਾ। ਡੇਰੇ ਦੇ ਸਾਰੇ ਸੇਵਕਾਂ ਇਹ ਰਾਤ ਦੇ ਵਿਛੋੜੇ ਦੇ ਕਾਰਨ ਤੜਫਦਿਆਂ ਬਤੀਤ ਕੀਤੀ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਪਾਣੀਆਂ ਬਿਨ ਮੀਨ ਤਲਫ ਹੈ, ਐਸੇ ਰਾਮ ਨਾਮਾਂ ਬਿਨ ਵਾਪਰੋ ਨਾਮਾ। ਏਦਾਂ ਸਾਰੇ ਸੇਵਾਦਾਰ ਤੜਫ ਰਹੇ ਸੀ। ਅੰਮ੍ਰਿਤ ਵੇਲਾ ਹੋਇਆ ਤਾਂ ਬੀਬੀ ਅਮਰ ਕੌਰ ਆਪਣੇ ਘਰੋਂ ਸੰਤਾਂ ਵਾਸਤੇ ਰੋਜ਼ ਭੋਜਨ ਤਿਆਰ ਕਰਕੇ ਲਿਆਉਂਦੇ ਸੀ। ਭੋਜਨ ਤਿਆਰ ਕਰਕੇ ਲਿਆਏ। ਅੰਮ੍ਰਿਤ ਵੇਲੇ ਕਿਹੜੇ ਵੇਲੇ ਬੀਬੀ ਜੀ ਉੱਠੇ ਹੋਣਗੇ, ਆਪਣੇ ਹੱਥੀਂ ਚੱਕੀ ਦੇ ਨਾਲ ਆਟਾ ਪੀਸਿਆ, ਬਾਣੀ ਪੜ੍ਹਦਿਆਂ ਆਟੇ ਦੇ ਪ੍ਰਸ਼ਾਦੇ ਤਿਆਰ ਕਰੇ,
बड़े प्रेम नाल सब्जी बनाई और महापुरख माहां दे भल्ले नहीं सी छकदे, मोठां दे दही भल्ले तैयार कीते। बाणी पढ़दे कई तरह के भोजन बना के जिस वेले आए बाणी पढ़ते हुए डेरे आके पहला बाबा ईशर सिंह जी नूं मत्था टेकदे सी बीबी जी। जदों आके नमस्कार कीती बाबा ईशर सिंह जी बीबी अमर कौर जी नूं भाऊ करके सददे सी, भाऊ जी करके। तां बीबी जी नूं बाबा ईशर सिंह कहंदे भाऊ संत तां रात ही चले गए, रब जी रात चले गए, किते पता नहीं कित्थे गए आ। तां बीबी जी ने जिस वेले बाबा जी दे बचन सुने तां तिखे तीर वांगू हिरदे च लगे। उच्ची सारी चीक मारी भी महापुरुष इदां किदां चले गए। एकदम रोंदी हुई बीबी अमर कौर बीबी राधो दे कोल आई तां बीबी राधो ने संतां दे जाण दी सारी गल दसी भी बाबा जी बाबा ईशर सिंह जी ने हुक्म कीता सी भी तुसीं डेरा छड्ड के चले जाओ, 1 साल ना इत्थे आयो। ये सुन के बीबी अमर कौर बहुत ज़्यादा विराग दे विच बाबा ईशर सिंह जी नूं भी गुस्से दे विच क्रोध दे विच पता नहीं किहो किहो जिहे बचन बोले भी महापुरखो तुसीं क्यों संतां नूं भेज दिता इस तरह, बाज प्यारे अपने बिरही ना तीरोध, इस तरह का जिस वेले हाल हो गया ते बाबा जी नूं भी अटपटियां गल्लां बीबी जी ने कहणियां शुरू कर दित्तियां। ते चित्त दे विच बाबा जी ने एक भी गल नहीं रखी ते पता सी भी ये तां प्रेम दी खेड है। ते बीबी जी एकदम अपने घर चले गए वापस, रोंदे कुरलाउंदे जिस वेले घर पहुंचे तां घरदियां ने जिस वेले हालत देखी तां सारे पुछण भी गल की हुई, आ हाल इन्ना रो रहे। तां बीबी ने कहा भी मेरे संत रात किसे पासे चले गए। हुण बीबी जी ने संतां नूं भालण दी कोशिश की, अपने पिंडों अपने भतीजे अमर सिंह नूं नाल लिया और एक सरदार बख्शीश सिंह उहनूं नाल लैके ते महापुरखां नूं भालण तुर पए। उस समय बीबी जी दी दशा जिवें बाणी दा श्लोक है, विछोड़ा सुने दुख विण डिठे मर्योद, बाज प्यारे अपने बिरही ना तीरोद। संतां दा ध्यान धर के इस तरह के श्लोक पढ़ती हुई बीबी तुरी जाती, जे तू मित्र असाडड़ा हिक भोरी ना विछोड़, जियो महिंजा तो मोहिया कद पसी जानी तो है। डेरे तो अति बेहबल होके बीबी जी तुरे। इस तरह बीबी जी की दशा तक के बाबा जी जो कि अंतर आत्मे सरबग सीगे, अंतरजामी सी बाबा ईशर सिंह जी, उन्होंने 2 ਸਿੰਘਾਂ ਨੂੰ भाई मेहर सिंह ते एक होर सिंह इन्हां नूं छेती नाल तैयार करके कहा भी संत टांडे बैठे आ ते जाके संतां नूं कहो भी तुहानूं 1 साल बाहर रहण दी लोड़ नहीं ते साडा हुक्म आ भी तुसीं हुणे डेरे वापस आओ। भी जिहड़े तुहाडे प्रेमी है आप जी दा विछोड़ा झल नहीं सकदे ते साडी आग्या है भी तुसीं वापस आओ। बाबा जी दा हुक्म लैके ये दोनों सिंह डेरे तो चल पए। उधरों बीबी अमर कौर अमर सिंह बख्शीश सिंह ये चल के मेघोवाल विखे बाबा ईशर दास जी दे डेरे आए। बाबा ईशर दास जी दे डेरे आके महापुरुषों नूं नमस्कार कीती। बाबा ईशर दास जी ने बड़ा प्रेम जनाया भी आख्या बच्चों को प्रसादा पानी छको। बाबा ईशर दास जी महाराज कबीर पंथी घीसा पंथियां दे विचों बहुत ब्रह्म ज्ञानी अवस्था वाले साधु होए आ और महापुरख बाबा ज्वाला सिंह जी दे नाल बाबा ईशर दास जी दा बहुत प्यार सी। बाबा ईशर दास जी जदों भी हरखोवाल साहिब आउंदे ते एक बार दी वारता अपने संत महाराज बाबा सतपाल सिंह जी सुनाया करदे आ भी जदों महापुरख बाबा ईशर दास जी आउंदे सी हरखोवाल डेरे अरदास दे विच बाकी सारे हाथ जोड़ के खड़दे हुंदे सी ते बाबा ईशर दास जी ने इदां खड़े तां हो जाना पर इदां कच्छां दे विच हाथ दिते होने। कहंदे एक बारी शंका कीता भी महाराज ये हाथ क्यों नहीं जोड़दे तां संत बाबा ज्वाला सिंह जी हस के कहण लगे कहंदे प्रेमियों तुसीं तां घड़ी दी घड़ी हाथ जोड़दे जिन्ना चिर अरदास हुंदी आ इन्हां महापुरखां दे तां सदा ही हाथ जुड़े रहिंदे आ।
ਇਹ ਤਾਂ ਸਦਾ ਹੀ ਪ੍ਰਮਾਤਮਾ ਦੇ ਅੱਗੇ ਹੱਥ ਜੋੜੀ ਰੱਖਦੇ, ਤੁਸੀਂ ਇਹਨਾਂ ਦਾ ਕੀ ਮੁਕਾਬਲਾ ਕਰ ਲੈਣਾ। ਤੋ ਜਦੋਂ ਮਹਾਰਾਜ ਹਰਖਵਾਲੀਏ ਮੇਘੋਵਾਲ ਆਇਆ ਕਰਦੇ ਸੰਤ ਬਾਬਾ ਈਸ਼ਰਦਾਸ ਮਹਾਰਾਜ ਦੇ ਕੋਲ, ਤਾਂ ਬਾਕੀ ਕਿਸੇ ਨੂੰ ਵੀ ਬਾਬਾ ਈਸ਼ਰਦਾਸ ਜੀ ਬੈਠਣ ਲਈ ਕੁਰਸੀ ਨਹੀਂ ਸੀ ਲਾ ਕੇ ਦਿੰਦੇ, ਭੁੰਜੇ ਬੈਠਦੇ ਸੀ ਸਾਰੇ। ਪਰ ਜਦੋਂ ਹਰਖਵਾਲੀਏ ਮਹਾਰਾਜ ਨੇ ਆਉਣਾ ਤਾਂ ਬਾਬਾ ਈਸ਼ਰਦਾਸ ਜੀ ਨੇ ਕੁਰਸੀ ਲਾ ਕੇ ਮਹਾਂਪੁਰਖਾਂ ਨੂੰ ਪ੍ਰੇਮ ਨਾਲ ਬਿਠਾ ਲੈਣਾ। ਤੇ ਬਾਬਾ ਈਸ਼ਰਦਾਸ ਜੀ ਨੂੰ ਪੁੱਛਿਆ ਸੇਵਾਦਾਰਾਂ ਨੇ ਵੀ ਮਹਾਰਾਜ ਹੋਰ ਇੰਨੇ ਸਾਧੂ ਆਉਂਦੇ ਆ, ਹੋਰ ਇੰਨੇ ਬੰਦੇ, ਤੁਸੀਂ ਕਿਤੇ ਕਿਸੇ ਨੂੰ ਕੁਰਸੀ ਨਹੀਂ ਲਾ ਕੇ ਦਿੱਤੀ, ਤੇ ਜਦੋਂ ਹਰਖਵਾਲੀਏ ਸੰਤ ਆਉਂਦੇ ਤੁਸੀਂ ਕੁਰਸੀ ਲਾ ਕੇ ਦਿੰਨੇ। ਤਾਂ ਬਾਬਾ ਈਸ਼ਰਦਾਸ ਕਹਿਣ ਲੱਗੇ, ਕਹਿੰਦੇ ਸਾਡੀ ਨਿਗਾਹ ਦੇ ਵਿੱਚ ਤਾਂ ਸੰਤ ਹੀ ਇਹ ਆ, ਅਸਲ ਸੰਤ ਹੀ ਇਹ ਹਨ, ਸਾਡੀ ਨਿਗਾਹ ਦੇ ਵਿੱਚ ਹੋਰ ਕੋਈ ਸੰਤ ਦਿਸਿਆ ਨਹੀਂ ਸਾਨੂੰ। ਸੋ ਇਸ ਤਰ੍ਹਾਂ ਨਾਲ ਹੁਣ ਇਹ ਡੇਰੇ ਦੀ ਸੰਗਤ ਸੀ, ਬੀਬੀ ਅਮਰ ਕੌਰ ਜੀ, ਬਾਕੀ ਜਿਹੜੇ ਪ੍ਰੇਮੀ ਆਏ ਸੀ। ਤਾਂ ਬਾਬਾ ਈਸ਼ਰਦਾਸ ਮਹਾਰਾਜ ਕਹਿੰਦੇ ਭਾਈ ਤੁਸੀਂ ਪ੍ਰਸ਼ਾਦ ਪਾਣੀ ਛਕੋ। ਪਰ ਬੀਬੀ ਜੀ ਨੇ ਸਾਰੀ ਗੱਲ ਵਿਰਾਗ ਨਾਲ ਦੱਸੀ, ਰੋ ਰੋ ਕੇ ਦੱਸਿਆ ਵੀ ਸਾਡੇ ਸੰਤ ਮਹਾਰਾਜ ਕਿਤੇ ਚਲੇ ਗਏ, ਔਰ ਬਾਬਾ ਜੀ ਅਸੀਂ ਆਪ ਜੀ ਦੀ ਸ਼ੁਭ ਰਸਨਾ ਤੋਂ ਸਾਨੂੰ ਵਰ ਦਿਓ ਵੀ ਮਹਾਂਪੁਰਖ ਸਾਨੂੰ ਛੇਤੀ ਮਿਲ ਜਾਣਗੇ। ਫਿਰ ਸੰਤਾਂ ਦੇ ਨਾਲ ਵਾਪਸ ਆਉਂਦੇ ਹੋਏ ਅਸੀਂ ਪ੍ਰਸ਼ਾਦਾ ਛਕ ਕੇ ਜਾਵਾਂਗੇ। ਤੇ ਬਾਬਾ ਈਸ਼ਰਦਾਸ ਜੀ ਨੇ ਆਪਣੇ ਸ਼ੁਭ ਬਚਨ ਕਹੇ, ਬਚਨ ਕੀਤਾ ਵੀ ਤੁਹਾਨੂੰ ਮਹਾਂਪੁਰਖ ਬਹੁਤ ਛੇਤੀ ਮਿਲ ਜਾਣਗੇ, ਤੁਸੀਂ ਚਿੰਤਾ ਨਾ ਕਰੋ। ਫਿਰ ਇੱਥੋਂ ਬੀਬੀ ਜੀ ਆਪਣੇ ਸਾਥੀਆਂ ਸਮੇਤ ਪਿੰਡ ਮੰਡੇਰਾ ਆ ਗਏ, ਔਰ ਇੱਥੇ ਮਾਤਾ ਜੀ ਜਿਹੜੇ ਬਾਬਾ ਕਾਨਦਾਸ ਜੀ ਦੇ ਸੁਪਤਨੀ ਸੀ, ਇਸ ਮਾਤਾ ਜੀ ਦੇ ਕੋਲ ਆ ਕੇ ਬੜਾ ਵਿਰਾਗ ਕੀਤਾ। ਤਾਂ ਮਾਈ ਜੀ ਨੇ ਦੱਸਿਆ ਵੀ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦਾ ਬਚਨ ਮੰਨ ਕੇ ਸਾਲ ਭਰ ਵਾਸਤੇ ਡੇਰੇ ਤੋਂ ਚਲੇ ਗਏ ਆ। ਮਾਈ ਜੀ ਨੇ ਦੱਸਿਆ ਵੀ ਰਾਤ ਉਹ ਇੱਥੇ ਆਏ ਸੀ, ਇੱਥੇ ਰਾਤ ਕੱਟ ਕੇ ਸਵੇਰੇ ਗਏ ਆ। ਜਦੋਂ ਮਾਤਾ ਜੀ ਤੋਂ ਪਤਾ ਲੱਗਿਆ ਵੀ ਮਹਾਰਾਜ ਰਾਤ ਇੱਥੇ ਸੀ ਤਾਂ ਕੁਛ ਅੰਦਰ ਨੂੰ ਹੌਸਲਾ ਹੋਇਆ, ਤਸੱਲੀ ਹੋਈ ਵੀ ਸੰਤ ਮਹਾਰਾਜ ਇੱਥੇ ਆਏ ਸੀ। ਤੇ ਉਸ ਵਕਤ ਫਿਰ ਮਾਤਾ ਜੀ ਨੂੰ ਵੀ ਬਹੁਤ ਸੋਝੀ ਸੀ, ਗਿਆਨਵਾਨ ਸੀਗੇ ਬਾਬਾ ਕਾਨਦਾਸ ਮਹਾਰਾਜ ਜੀ ਦੇ ਘਰੋਂ ਮਾਤਾ ਜੀ ਸੀ ਜਿਹੜੇ। ਤੇ ਕਹਿਣ ਲੱਗੇ ਤੁਸੀਂ ਹੁਣ ਹੋਰ ਨਾ ਕਿਤੇ ਵੀ ਜਾਓ, ਤੁਸੀਂ ਸਿੱਧੇ ਟਾਂਡੇ ਚਲੇ ਜਾਓ, ਮਹਾਂਪੁਰਸ਼ ਟਾਂਡੇ ਬੈਠੇ ਆ ਤੇ ਤੁਸੀਂ ਉੱਥੇ ਜਾ ਕੇ ਮਿਲੋ ਉਹਨਾਂ ਨੂੰ। ਹੁਣ ਇਹਨਾਂ ਨੇ ਉੱਥੋਂ ਤਿਆਰੀ ਕੀਤੀ ਟਾਂਡੇ ਨੂੰ। ਕਿਸੇ ਤਰ੍ਹਾਂ ਪਰਮੇਸ਼ਰ ਨੇ ਨੇਤ ਐਸੀ ਬਣਾਈ ਵੀ ਇਹਨਾਂ ਨੂੰ ਮੋਟਰ ਗੱਡੀ ਮਿਲ ਗਈ ਜਾਣ ਵਾਸਤੇ। ਰਸਤੇ ਦੇ ਵਿੱਚ ਵੀ ਦੇਖਦੇ ਜਾਣ ਵੀ ਕਿਸੇ ਤਰ੍ਹਾਂ ਸਾਨੂੰ ਰਾਹ ਦੇ ਵਿੱਚ ਤੁਰੇ ਜਾਂਦੇ ਸੰਤ ਦਿਸ ਪੈਣ। ਤਾਂ ਜਿਸ ਵੇਲੇ ਬਾਬਾ ਬੂਟੇ ਸ਼ਾਹ ਜੀ ਦੇ ਕੋਲ ਪਹੁੰਚਣਾ ਸੀ, ਹੁਣ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਬਾਬਾ ਬੂਟੇ ਸ਼ਾਹ ਜੀ ਨੇ ਸੰਤ ਮਹਾਰਾਜ ਨੂੰ ਆਖਿਆ ਜਾਓ ਇਹ ਲੱਕੜਾਂ ਲੈ ਕੇ ਆਓ। ਹੁਣ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਬਾਬਾ ਜੀ ਦਾ ਬਚਨ ਮੰਨ ਕੇ ਸੇਵਾਦਾਰ ਜਿਹੜਾ ਨਾਲ ਸੀ ਇੰਦਰ ਸਿੰਘ, ਉਹਨੂੰ ਨਾਲ ਲੈ ਕੇ ਲੱਕੜਾਂ ਲੈਣ ਵਾਸਤੇ ਚਲੇ ਗਏ। ਲੱਕੜਾਂ ਦੇ ਟਾਲ ਤੇ ਜਿਸ ਵੇਲੇ ਜਾ ਕੇ ਲੱਕੜਾਂ ਲੈ ਰਹੇ ਤਾਂ ਹੁਣ ਇਧਰੋਂ ਬੀਬੀ ਅਮਰ ਕੌਰ ਤੇ ਹੋਰ ਸੇਵਾਦਾਰ ਜਿਹੜੇ ਸੰਤ ਮਹਾਰਾਜ ਲੱਭਣ ਤੁਰੇ ਹੋਏ ਸੀ, ਇਹ ਬਾਬਾ ਬੂਟੇ ਸ਼ਾਹ ਜੀ ਦੇ ਕੋਲ ਆ ਗਏ। ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਦਰਸ਼ਨੀ ਭੇਟ ਰੱਖੀ। ਤਾਂ ਬਾਬਾ ਬੂਟੇ ਸ਼ਾਹ ਜੀ ਨੇ ਇਹਨਾਂ ਵੱਲ ਦੇਖ ਕੇ ਇਹਨਾਂ ਨੂੰ ਵੀ ਕਿਹਾ ਜਾਓ, ਕਹਿੰਦੇ ਲੱਕੜਾਂ ਲੈ ਕੇ ਆਓ ਸਾਡੇ ਲਈ। ਫਿਰ ਮਹਾਂਪੁਰਖਾਂ ਨੇ ਹੁਣ ਇਹਨਾਂ ਨੂੰ ਵੀ ਲੱਕੜਾਂ ਲੈਣ ਤੋਰਤਾ। ਇਹ ਵੀ ਜਿਸ ਵੇਲੇ ਲੱਕੜਾਂ ਲੈਣ ਟਾਲ ਤੇ ਆਏ ਤਾਂ ਉੱਥੇ ਸੰਤ ਮਹਾਰਾਜ ਦੇ ਦਰਸ਼ਨ ਹੋਏ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ, ਧੰਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰਦਰਸਾਰ। ਬੜੇ ਵਿਰਾਗ ਦੇ ਨਾਲ ਬੀਬੀ ਅਮਰ ਕੌਰ ਨੇ ਸੰਤ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਰੋ ਰੋ ਕੇ ਚਰਨ ਧੋ ਦਿੱਤੇ। ਕੰਠ ਰੁਕ ਗਿਆ, ਗੱਲ ਨਾ ਹੋਵੇ। ਸੰਤਾਂ ਨੇ ਆਪਣੇ ਚਰਨਾਂ ਤੋਂ ਉਠਾ ਕੇ ਹੱਸ ਕੇ ਕਿਰਪਾ ਦ੍ਰਿਸ਼ਟੀ ਦਾ ਮੀਂਹ ਵਰਸਾਇਆ ਔਰ ਵਿਛੋੜੇ ਦੀ ਅਗਨੀ ਨੂੰ ਸ਼ਾਂਤ ਕੀਤਾ। ਉਸ ਸਮੇਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਭੇਜੇ ਹੋਏ ਸਿੰਘ ਵੀ ਸੰਤ ਮੇਹਰ ਸਿੰਘ ਹੁਣੀ ਡੇਰੇ ਤੋਂ ਆ ਗਏ ਤੇ ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਬਾਬਾ ਈਸ਼ਰ ਸਿੰਘ ਜੀ ਨੇ ਹੁਕਮਨਾਮਾ ਭੇਜਿਆ, ਹੁਕਮ ਕੀਤਾ ਵੀ ਹੁਣ ਤੁਹਾਨੂੰ ਬਾਹਰ ਰਹਿਣ ਦੀ ਕਿਤੇ ਲੋੜ ਨਹੀਂ, ਡੇਰੇ ਵਾਪਸ ਆ ਜਾਓ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਇੰਤਜ਼ਾਮ ਕਰਾਇਆ, ਸੇਵਾਦਾਰਾਂ ਨੂੰ ਕਹਾ ਕੇ
फिर उत्थों एक बस का इंतजाम करके ये सारी संगत नूं नाल लैके महापुरख उत्थों तुरे। उत्थों चले ते पहला फिर मंडेरा आके ते बाबा कानदास जी महाराज के स्थान ते आके नमस्कारां कीतियां, शुकराना करिया। फिर सारा जथा फिर महापुरखों कोल मेघोवाल आए। मेघोवाल आके बाबा ईशरदास महाराज नूं नमस्कार कीती सारियां ने, और इत्थे प्रशादा छकिया। जो बचन करके गए सी भी संत महाराज मिल पैण ते प्रशादा तुहाडे कोल आके छकांगे। इत्थे आके प्रशादा छकिया ते वापस जिस वेले डेरे हरखवाल पहुंचे तां जाके बाबा ईशर सिंह महाराज नूं संत महाराज ने नमस्कार कीती जाके। तां बाबा ईशर सिंह महाराज कहण लगे, तुहानूं हुण साल रहण दी नहीं किते भी लोड़, तुसीं मस्सिया दी मस्सिया तरन ताਰਨ हमेशा जाया करो। तरन ताਰਨ साहब दा जाना नहीं तुसीं छड्डना, तरन ताਰਨ साहब जाके लंगर लाया करो ते हरेक मस्सिया उत्थे जाया करो, उदां तुहानूं हुण किते बाहर रहण दी लोड़ नहीं है। तो ये खेड सी सारी साध संगत जी, केवल ये देखना भी महापुरखां दे जिहड़े प्रेमी ने वो महापुरखां तो बिना रह सकदे आ। तो जिहड़ा एक प्रेम हुंदा मच्छी वाला प्रेम, एक प्रेम हुंदा डड्डू वाला प्रेम, दोनों च फर्क आ। डड्डू जिहड़ा आ वो पानी दे विच भी जींदा रहिंदा आ ते पानी ते बाहर भी जींदा रहिंदा। ਉਹਨੂੰ चाहे पानी होवे चाहे पानी तो बाहर होवे वो जिंदा रह सकता। जिहड़ी मच्छी आ वो पानी तो बिना नहीं रह सकती। तो इस करके गुरबाणी विच जिथे भी प्रमाण आया मच्छी दा आया, डड्डू दा प्रमाण नहीं किते भी आया। डड्डू वर्गी प्रीत पाउण लई नहीं कहा किते भी महाराज ने, मच्छी वर्गी प्रीत पाउण वास्ते महाराज ने हुक्म कीता भी जे तू प्रीत पाउणी आ ना तां मच्छी वर्गी प्रीत करी अपने गुरु दे नाल। भी मच्छी जिवें पानी तो विछड़ के मर जाती है, जिउंदी नहीं है, ऐदां दा प्यार अपने गुरु नाल करी जे करना होया तो इस तरह नाल ये प्रेम दी खेड है। सो बहुत भावना वाली साखी ये अज आप जी ने सरवण कीती। धन बीबी अमर कौर जी सीगे जिन्हां दा संत महाराज नाल इन्ना प्रेम सी, ते धन संत महाराज सीगे जिन्हां दे प्रेमी एडे एडे शरधा वाले सीगे। कमाई धन संत बाबा ज्वाला सिंह जी दी, धन कमाई संत बाबा ईशर सिंह महाराज दी, ते धन कमाई बीबी अमर कौर जी दी। इन्ना प्रेम ते जे गुरबाणी दे विच लिखन जिन प्रेम कियो तिन ही प्रभ, इहो जिहा प्रेम है जिथे फिर होर गां दी गल ही ना कोई भी रहे। तो इस तरह नाल महापुरखां दीयां साखियां। सो पिंड तनौली सरदार वतन सिंह, सो इस तरह नाल इन्हां दे घर बीबी बचिंत कौर, इहदे मन विच भी संतां ते बहुत शरधा सी। बीबी अमर कौर जी नूं नाल लैके डेरे आए, संतां दे चरनां ते बड़ी शरधा निमरता नाल मत्था टेकिया। इस बीबी ने भेटा भी संतां दे चरनां च हाजिर कीती ते बीबी अमरो नूं वकील बना के वसीठ बना के संतां अगे बेनती कीती, हे पिता जी इस बीबी दे घर किरपा करो, पुत्र दी दात बख्शो। संतां ने हुक्म कीता इदां करो, इस बीबी नूं बाबा ईशर सिंह महाराज दे कोल लै जाओ, बाबा जी तो हुक्म लवा लो। तां बीबी अमर कौर संतां दा हुक्म मन के उस बीबी बचिंत कौर नूं नाल लैके ते बाबा ईशर सिंह महाराज दे कोल आ गए। नमस्कार कीती ते बाबा जी दे कोल बेनती कीती। बीबी अमर कौर ने बई संतां ने इस बीबी नूं तुहाडे कोल भेजिया जी, ते किरपा करो इस बीबी नूं पुत्र दी दात बख्शो। तां बाबा ईशर सिंह महाराज कहण लगे पुत्र लैण तां आ गईयां, संतां ने होर कोई गलबात नहीं पुछी तुहानूं, जाओ पहला संतां पासों पुत्र लैण वास्ते होर भी कोई गलबात पुछो, फिर गल करियो साडे नाल आके। ते फिर ये बीबियां फिर उठ के संत महाराज दे कोल आ गईयां भी महाराज बाबा जी ने तो आ हुक्म कीता। तां संत महाराज बड़े लहजे विच आके कहंदे भाई बाबा जी दा बचन तुसीं समझिया नहीं। महाराज सानू तां पता नहीं लग्या। कहंदे इस बीबी दा जिहड़ा पति आ वो मास शराब खांदा पींदा, इस हुण मास शराब खाण पीण वालियां दे घर किहड़ी भली रूह नूं भेज दईए जन्म लैण वास्ते। इस करके जे तां मास शराब दा त्याग करदे आ
फिर संत बाबा जी पुत्र दे सकते आ, ते जे नहीं तो फिर तुहाडी मर्जी। तो संत महाराज तो ये बचन सुन के बीबियां वापस अपने पिंड तनूली नूं आ गईयां। आके उन्हें अपने पति बतन सिंह नूं सारी गल दसी भी आह गल आ भी जे पुत्र चाहिदा तां मास शराब छड्डना पैना। मन गया उस वेले, लोड़ सी ना जी। ते बीबी अमर कौर नूं नाल लैके फिर ये दोवें जी फिर डेरे आ गए। शरधा नाल आके मत्था टेकिया, नमस्कार कीती। तां बीबी अमर कौर जी कहण लगे महाराज बतन सिंह मास शराब छड्डण लई तैयार आ ते तुसीं किरपा करो। महापुरख कहंदे बचन पक्का रखी, देखी किते बचन करके मुकर ना जाई। तो महापुरखां दे बचनां दे नाल इन्हां दे घर पुत्तर होया। पर हुण खुशी भी साਂਭਣੀ बड़ी औखी गल हुंदी आ। ते जिस वेले इन्हां दे घर पुत्तर होया ते ओहदी खुशी दे विच हुण इन्हां ने छठी कीती ते बतन सिंह कहण तो बावजूद भी ना मन्निया। इन्हें फिर अपने रिश्तेदारां नूं खुश करन वास्ते कई तरह दा मीट, कई तरह दीयां शराबां चलाईयां। हुण महापुरखां दे जिहड़े बचन इहनूं चेते भुल गए। तो उस वक्त फिर बाबा ईशर सिंह महाराज जी नूं पता लग्या भी ये तो गल कुछ होर बन गई। ते जिस वेले हुण ओ बीबी जिहड़ी सी बचेंत कौर वो महापुरुषां कोल जाणों ना हटी, वो जांदी रही। कुदरती ऐसी गल बनी भी वो जिहड़ा बच्चा पैदा होया सी, लड़का होया सी, ओनू नाल लैके ते बीबी बचेंत कौर महापुरखां दे दर्शन करन वास्ते गई हुई। कुदरती वो बच्चा रोणों ना हटे तां ओने बीबी बचेंत कौर ने गुस्से दे विच आके बच्चे नूं मारदे होए कहा ये बेईमान मरदा भी नहीं। गुस्से दे विच कहता बेईमान मरदा भी नहीं। ते जद ये बचन उन्हें कहे मूहों तो बाबा ईशर सिंह जी ने ये बोल सुन लए। ते बाबा जी कहण लगे बीबी बच्चे ने तो अजे कोई बेईमानी नहीं की, बेईमानी तो ये प्यो ने की आ। बेईमानी तो ये प्यो ने की, इन्हें तो कोई बेईमानी नहीं की। ते जद बेईमानी करूगा तो फिर तुहानू पता लग जूगा। महापुरुषां दा बचन वो टल तां सकदा नहीं सी। थोड़े दिनां बाद गुआंढियां दी लड़की उस बच्चे नू चक के कोठे उपर चढ़न लगी खिडाउण वास्ते। बच्चे ने ऐसी छाला मारिया, लड़की दे कुछड़ तो हेठां धरती ते जा डिगया। डिगदियां सार उहदी मौत हो गई। तो इस तरह नाल हुण दुख रोना करलाउणा तां सी ही, पर हुण अपनी गलती दा एहसास होया बई महापुरखां दा बचन नहीं कमा सके असीं, ते जिहदे करके ये सारी गल होई आ। फिर महापुरखां कोल जाके तरले कीते, मिन्नतां कीतियां। महापुरख कहंदे बई तूं बचन करके मुकर जाना। बचन करके मुकर जाण वाला कच्चा बंदा हुंदा ते कच्चे दी कोई यारी नहीं हुंदी। कच्चे नाल काहदा प्रेम पाउणा। पर इन्हें फिर बेनती की, तरले कीते, हे महाराज किरपा करो, असी अगे तो हमेशा वास्ते इस गल का ख्याल रखांगे। फिर इन्हां दे घर महापुरुषां दे बचनां दे नाल बख्शिश दे नाल पुत्र दी दात प्राप्त होई। सो इस तरह नाल महापुरखां दीयां कथा कहानियां, महापुरुषां दे बिरतांत हन। साध संगत जी, जे बाणी कहंदी संत अनंत है अंतर नाही, संतां विच ते परमात्मा च कोई फर्क नहीं हुंदा। ते सत बचन है साध संगत, गुरबाणी विच झूठ नहीं लिखिया होया। ये ठीक है साडे वर्गे इस बाणे नूं धारण करके, इस पहरावे नूं धारण करके अनेक तरह के कुकर्म करते होणगे, पर साडे वर्गे कुकर्मियां वल वेख के जे कोई पूर्ण पुरखां की निंदिया करता है, पूर्ण पुरखां नूं मंदे बचन बोलता है, तो यह बहुत वड्डी गलती है, बहुत वड्डा भुलेखा है। सदा वास्ते साध संगत जी, जे किसी सतपुरुष का सत्कार नहीं कर सकते तो निरादर भी ना करिए, निम के रहिए, महापुरखां दे अगे हमेशा झुक के रहिए, क्योंकि गुरबाणी ने महापुरखां विच ते रब च कोई फर्क नहीं रखिया।
ਸੋ ਆਓ ਜੀ ਤਨਿਕ ਸੇਵਾ ਅੱਜ ਦੀ ਪ੍ਰਵਾਨ ਕਰਿਓ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ ਦੇਣੀ ਜੀ। ਗੁਰੂ ਸਾਹਿਬ ਕਿਰਪਾ ਕਰਨ, ਸਾਰਿਆਂ ਨੂੰ ਆਪਣੇ ਚਰਨੀ ਲਾ ਕੇ ਰੱਖਣ। ਮਹਾਰਾਜ ਦੇ ਪਿਆਰਿਆਂ ਦਾ ਪਿਆਰ ਹਿਰਦੇ ਵਿੱਚ ਵਸਿਆ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।